ਡਰੱਗ ਸਮਗਲਰਾਂ ਦੀ ਪੁਸ਼ਤ ਪਨਾਹੀ ਕਰਨ ਦੀ, ਉਹਨਾਂ ਦੀ ਮਦਦ ਕਰਨ ਦੇ ਕੇਸ ਦੇ ਵਿੱਚ 2 FIRਾਂ ਦੇ ਵਿੱਚ ਨੋਮੀਨੇਟਡ ਇੱਕ ਅਫਸਰ ਪੰਜਾਬ ਦਾ ਇਸ ਵਕਤ ਸਿਟਿੰਗ DIG ਹੈ। ਕਿ ਇਸ ਤੋਂ ਪਹਿਲਾਂ ਕਿਹੜੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਇਸ ਤਰੀਕੇ ਦੇ ਖਿਆਲੀ ਪੁਲਾਅ ਪਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ। ਅੱਜ ਤੁਸੀਂ ਪੰਜਾਬ ਦੇ ਗਲੀ ਦੇ ਵਿੱਚ ਨਸ਼ੇ ਦੀ ਸਪਲਾਈ ਹਰ ਚੌਥੇ ਨਹੀਂ ਪਰ ਹਰ ਰੋਜ਼, ਮੈਂ ਲਿਟਰਲੀ ਕਹਿ ਸਕਦਾ ਰੋਜ਼ ਇੱਕ ਵੀਡੀਓ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਕੋਈ ਨਾ ਕੋਈ ਬੱਚਾ ਟੀਨੇਜਰ ਆਪਣੀ ਨਸਾਂ ਦੇ ਵਿੱਚ ਜਦੋਂ ਨਸ਼ੇ ਦੇ ਇੰਜੈਕਸ਼ਨ ਲਾਉਂਦੇ ਨੇ। ਇਹ ਪ੍ਰਤਾਪ ਬਾਜਵੇ ਦਾ ਬਿਆਨ ਹੈ ਕਿ ਅਜਾ ਕੋਈ ਬਲੂਪ੍ਰਿੰਟ ਨਹੀਂ ਹੈ, ਇਹ ਹਵਾ 'ਚ ਗੱਲਾਂ ਬਾਤਾਂ ਹੈ। ਇਹ ਪਰਵਿੰਦਰ ਸਿੰਘ ਝੋਟਾ ਨਾਂ ਦਾ ਇੱਕ ਵਿਜੀਲੈਂਟੇ ਹੈ, ਠੀਕ ਹੈ, ਤਾਂ ਕ੍ਰਿਮੀਨਲ ਪਿਛੋਕੜ ਰਿਹਾ, ਇਹਦੇ ਖਿਲਾਫ ਕੁਝ ਮਾਮਲੇ ਦਰਜ ਰਹੇ ਨੇ। ਇਸ ਬੰਦੇ ਨੇ ਆਪਣੇ ਸ਼ਹਿਰ ਦੇ ਵਿੱਚੋਂ ਨਸ਼ੇ ਦੇ ਤਸਕਰਾਂ ਨੂੰ, ਜਾਂ ਕਹਿ ਲਈ ਕਿ ਨਸ਼ੇ ਦੀ ਸਪਲਾਈ ਦੇਣ ਵਾਲੇ ਕੁਝ ਮੈਡੀਕਲ ਡਰੱਗ ਸਟੋਰ ਸੀ, ਉਹਨਾਂ ਨੂੰ ਫਲੈਗ ਕੀਤਾ ਤੇ ਉਹਨਾਂ ਦੀ ਜਾ ਕੇ ਛਾਪੇਮਾਰੀ ਕੀਤੀ ਲੋਕਾਂ ਦੇ ਨਾਲ ਇਕੱਠੇ ਹੋ ਕੇ, ਵਿਜੀਲੈਂਟਿਜ਼ਮ ਜਿਹਨੂੰ ਕਹਿੰਦੇ। 2 ਦਿਨ ਬਾਅਦ ਪਰਵਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਅੱਛਾ, ਪੁਲਿਸ ਨੇ ਉਹਦੇ ਘਰੋਂ ਜਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਰ ਇਹ ਦੱਸਿਆ ਗਿਆ ਪੁਲਿਸ ਵੱਲੋਂ ਕਿ ਇਸ ਪਰਵਿੰਦਰ ਸਿੰਘ ਝੋਟੇ ਦਾ ਤਾਂ ਆਪਣਾ ਇੱਕ ਕ੍ਰਿਮੀਨਲ ਬੈਕਗਰਾਉਂਡ ਵੀ ਹੈ। ਪਿਛਲੇ 1.5 ਮਹੀਨੇ ਤੋਂ ਧਰਨਾ ਲੱਗਿਆ ਹੋਇਆ ਹੈ। ਉਹਨਾਂ ਨੇ ਪੁਲਿਸ ਨੂੰ ਗੋਡਿਆਂ ਤੇ ਲਿਆਤਾ। ਕਿਹੜੇ ਚੀਫ ਮਿਨਿਸਟਰ ਦੇ ਆਪਾਂ ਬਿਆਨ ਨੂੰ ਮੰਨੀਏ? ਆਪਾਂ ਚੀਫ ਮਿਨਿਸਟਰ ਦੀ ਇਹ ਗੱਲ ਨੂੰ ਮੰਨੀਏ ਵੀ ਪਿੰਡ ਵਾਲਿਆਂ ਨੂੰ ਜ਼ਿੰਮੇਵਾਰੀ ਦੇ ਦਿਓ, ਤੇ ਪਿੰਡ ਦੇ ਵਿੱਚ ਜੇ ਪਰਵਿੰਦਰ ਝੋਟੇ ਵਰਗੇ ਆ ਕੇ ਕੁਝ ਕੰਮ ਕਰਨਾ ਚਾਹੁੰਦੇ ਨੇ ਤਾਂ ਤੁਹਾਡੀ ਪੁਲਿਸ ਉਹਦੀ ਡੋਪ ਟੈਸਟਾਂ ਦੀ ਰਿਪੋਰਟਾਂ ਨਸ਼ਰ ਕਰਦੀਆਂ ਨੇ ਕਿ ਚੀਫ ਮਿਨਿਸਟਰ ਦੀ ਇੱਛਾ ਸ਼ਕਤੀ ਮੈਟਰ ਨਹੀਂ ਕਰਦੀ ਹੈ। ਆਈ ਐਮ ਬੀਇੰਗ ਵੈਰੀ ਬਲੰਟ ਹੇਅਰ, ਇਟ ਰੀਅਲੀ ਡਜ਼ਨਟ ਮੈਟਰ ਵਾਟ ਭਗਵੰਤ ਮਾਨ ਥਿੰਕਸ। ਸੋ ਇਹ ਤਾਂ ਥੱਲਿਓਂ ਦੀ ਪੂਰਾ ਦਾ ਪੂਰਾ ਇਟਸ ਅ ਰੋਟਨ ਸਿਸਟਮ ਵਿਚ ਇਜ਼, ਇਹਨੂੰ ਓਵਰਹੌਲਿੰਗ ਦੀ ਲੋੜ ਹੈ। ਆ ਬਲੂਪ੍ਰਿੰਟ ਕੁਝ ਨਹੀਂ ਚੱਲ ਰਿਹਾ ਐਂਡ ਭਗਵੰਤ ਮਾਨ ਜਸਟ get his act together, get your act together। ਤੁਹਾਡੇ ਆਫੀਸਰ, ਤੁਹਾਡੀ ਬਿਊਰੋਕ੍ਰੇਸੀ, you don't have those the material, ਤੁਹਾਡੇ ਚੋਂ ਦਮ ਹੀ ਨਹੀਂ ਹੈਗਾ ਕਿ ਤੁਸੀਂ ਕਰ ਸਕੋ, ਤੁਹਾਡੇ 'ਚ ਇੱਛਾ ਸ਼ਕਤੀ ਵੀ ਨਹੀਂ ਹੈਗੀ। ਉਸ ਤਰ੍ਹਾਂ ਦੇ ਹਾਲ ਜਾ ਕੇ ਦੇਖੋ ਜਿਹੜੇ ਐਕਚੁਅਲ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਪੁਲਿਸ ਦੇ, ਜਾਂ ਜਿਹੜੇ ਵੀ ਲੋਕ ਹੈਗੇ ਨੇ ਉਹ ਇੰਨੇ ਡੀਮੋਰਲਾਈਜ਼ ਇਸ ਵਕਤ ਹੈਗੇ ਨੇ। ਉਹਨੂੰ ਪਤਾ ਵੀ ਹੈ ਜਿਹੜੀ ਗੱਲਾਂ ਹੋ ਰਹੀਆਂ ਨੇ ਸਿਰਫ ਗੱਲਾਂ ਹੋ ਰਹੀਆਂ ਨੇ, ਪਿੱਛੋਂ ਕੋਈ ਬੈਕਅਪ ਨਹੀਂ ਹੈ। there is zero backup। I don't want to demoralize any police force for that matter, ਲੇਕਿਨ ਇਹ ਤਾਂ ਜ਼ਮੀਨੀ ਹਕੀਕਤ ਮੈਂ ਤੁਹਾਨੂੰ ਦੱਸ ਰਿਹਾ ਹਾਂ। नमस्कार, आदाब, सत श्री अकाल। इस ख़ास प्रोग्राम में एक बार फिर से मैं मणिमुख शर्मा आप सबका इस्तकबाल करता हूँ। पंजाब का ड्रग्स का मसला कब हल होगा? मुख्यमंत्री भगवंत मान साहब की बात सुने तो अगले 1 साल में काम तमाम हो जाएगा। इसके लिए मुख्यमंत्री ने एक बहुत ही आसान सा नुस्खा भी दिया है। उन्होंने कहा है क्योंकि बेरोज़गारी उरूज पे है तो बाहर की कंपनियाँ आएंगी, इन्वेस्ट करेंगी, लोगों को रोज़गार मिलेगा तो अपने आप ये मसला हल हो जाएगा। लेकिन क्या मान साहब ख्याली पुलाव पका रहे हैं और उसको बेचने की कोशिश कर रहे हैं? क्या हम उनको सीरियसली ले सकते हैं? इस बारे में आज डिटेल में बात करने के लिए एक बार फिर से मेरे साथ जुड़े हैं मेरे सहयोगी रितेश लखी साहब। रितेश जी, आपका बहुत बहुत स्वागत है। शुक्रिया मनी जी। बिक जाएगी पुलाव बिक जाएगी या कुछ सीरियस? मेरे हिसाब से मनी जी जरा ਤੁਹਾਨੂੰ ਸਵਾਲ ਠੀਕ ਹੈ, ਤੁਹਾਡਾ ਰੈਲੇਵੈਂਟ ਸਵਾਲ ਹੈ, ਲੇਕਿਨ ਤੁਹਾਨੂੰ ਸਵਾਲ ਇਹ ਪੁੱਛਣਾ ਚਾਹੀਦਾ ਸੀ ਕਿ ਇਸ ਤੋਂ ਪਹਿਲਾਂ ਕਿਹੜੇ ਪੰਜਾਬ ਦੇ ਮੁੱਖ ਮੰਤਰੀਆਂ ਨੇ ਇਸ ਤਰੀਕੇ ਦੇ ਖਿਆਲੀ ਪੁਲਾਅ ਪਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ? ਹਾਂ ਬਿਲਕੁਲ। ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਚੀਫ ਮਿਨਿਸਟਰ ਕਹਿ ਰਹੇ ਨੇ ਕਿ ਇੱਕ ਬਲੂਪ੍ਰਿੰਟ ਉਹਨਾਂ ਨੇ ਤਿਆਰ ਕਰ ਲਿਆ ਤੇ ਉਹਨਾਂ ਨੂੰ 1 ਸਾਲ ਦਾ ਸਮਾਂ ਚਾਹੀਦਾ ਹੈ। ਨਵੀਂ ਸਰਕਾਰ ਹੈ, ਸਰਕਾਰ ਨੂੰ ਬਣੇ ਨੂੰ ਵੀ 1.5 ਸਾਲ ਹੋ ਚੁੱਕਾ ਹੈ, ਲੇਕਿਨ ਉਹਨਾਂ ਨੂੰ 1 ਸਾਲ ਦਾ ਸਮਾਂ ਹੋਰ ਚਾਹੀਦਾ ਤੇ ਅਗਲੇ ਸਾਲ ਅਗਸਤ 2024 ਤੱਕ ਪੰਜਾਬ ਦੇ ਵਿੱਚੋਂ ਨਸ਼ੇ ਦਾ ਖਾਤਮਾ ਹੋ ਜਾਏਗਾ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਪਿਛਲੀ ਪੰਜਾਬ ਦੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਸੀ, ਉਹਨਾਂ ਨੇ ਚੋਣਾਂ ਤੋਂ ਪਹਿਲਾਂ ਗੁਟਕਾ ਸਾਹਿਬ ਨੂੰ ਮੱਥੇ ਤੇ ਲਾ ਕੇ ਸਹੁੰ ਖਾਧੀ ਸੀ ਕਿ ਵੀ ਅਸੀਂ ਨਸ਼ੇ ਦੇ ਜਿਹੜੀ ਸਪਲਾਈ ਚੇਨ ਹੈ ਉਹਦਾ ਤਸਕਰਾਂ ਦਾ ਲੱਕ ਭੰਨ ਦਿਆਂਗੇ, ਨਸ਼ੇ ਨੂੰ ਰੂਟ ਤੋਂ ਹਟਾ ਦਿਆਂਗੇ, ਜੜ ਤੋਂ ਖਤਮ ਕਰ ਦਿਆਂਗੇ। ਸੋ ਕੁਝ ਵੀ ਨਹੀਂ ਹੋਇਆ, ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਐਂਡ ਇਨਸੀਡੈਂਟਲੀ ਮਨੀ ਜੀ ਜਿਹੜੀ ਪੰਜਾਬ ਦੀ ਟ੍ਰੈਜੇਡੀ ਹੈ ਕਿ ਜੋ ਸਰਕਾਰਾਂ ਮੁੱਖ ਮੰਤਰੀ ਤੇ ਇਕੱਲੇ ਇਹ ਮੁੱਖ ਮੰਤਰੀ ਹੈ, ਇਸ ਸਰਕਾਰ ਨੂੰ ਨਹੀਂ ਆਪਾਂ ਕਹਿੰਦੇ, ਇਸ ਪਾਰਟੀ ਦੀ ਗੱਲ ਨਹੀਂ ਕਰਦੇ, ਇਹ ਤਾਂ ਹੁਣ ਮੌਕੇ ਦੀ ਚਲੋ ਸਰਕਾਰ ਹੈ, ਆਪਾਂ ਕ੍ਰਿਟਿਸਾਈਜ਼ ਕਰ ਸਕਦੇ ਹਾਂ, ਲੇਕਿਨ ਸਾਰੀਆਂ ਸਰਕਾਰਾਂ ਤੇ ਮੁੱਖ ਮੰਤਰੀ ਦਾ ਇੱਕ ਡਿਫੈਂਸ ਰਿਹਾ ਕਿ ਜੇ ਪੁਰਾਣੀਆਂ ਸਰਕਾਰਾਂ ਨੇ ਤਾਂ ਡਰੱਗ ਦੇ ਨਸ਼ੇ ਦੇ ਤਸਕਰਾਂ ਨੂੰ ਪੈਟਰਨਾਈਜ਼ ਕੀਤਾ, ਰਾਈਟਲੀ ਬਿਲਕੁਲ ਠੀਕ ਕਹਿ ਰਹੇ ਨੇ, ਲੇਕਿਨ ਹੁਣ ਕੀ ਨਹੀਂ ਹੋ ਰਿਹਾ ਪੈਟਰਨਾਈਜ਼? ਅੱਜ ਤੁਸੀਂ ਪੰਜਾਬ ਦੇ ਗਲੀ ਦੇ ਵਿੱਚ ਨਸ਼ੇ ਦੀ ਸਪਲਾਈ ਹਰ ਚੌਥੇ ਨਹੀਂ ਪਰ ਹਰ ਰੋਜ਼, ਮੈਂ ਲਿਟਰਲੀ ਕਹਿ ਸਕਦਾ ਰੋਜ਼ ਇੱਕ ਵੀਡੀਓ ਹੁੰਦਾ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਕੋਈ ਨਾ ਕੋਈ ਬੱਚਾ ਟੀਨੇਜਰ ਆਪਣੀ ਨਸਾਂ ਦੇ ਵਿੱਚ ਜਦੋਂ ਨਸ਼ੇ ਦੇ ਇੰਜੈਕਸ਼ਨ ਲਾਉਂਦੇ ਨੇ, ਡਰੱਗ ਡੋਜ਼ ਦਾ ਓਵਰਡੋਜ਼ ਦਾ ਸ਼ਿਕਾਰ ਹੋ ਜਾਂਦੇ ਨੇ, ਮਰ ਜਾਂਦੇ ਨੇ, ਲੋਕ ਵੀਡੀਓ ਬਣਾਉਂਦੇ ਨੇ, ਉਹ ਦੱਸਦੇ ਨੇ ਪੰਜਾਬ ਦੇ ਵਿੱਚ ਅੱਜ ਗਲੀ ਪਿੰਡਾਂ ਦੇ ਵਿੱਚ, ਕਸਬਿਆਂ ਦੇ ਵਿੱਚ, ਮੁਹੱਲਿਆਂ ਦੇ ਵਿੱਚ ਨਸ਼ਾ ਵਿਕਦਾ ਪਿਆ। ਹੁਣ ਮੁੱਖ ਮੰਤਰੀ ਸਾਹਿਬ ਕਿਹੜੇ ਬਲੂਪ੍ਰਿੰਟ ਦੀ ਗੱਲ ਕਰਦੇ ਪਏ ਨੇ, ਇਹ ਸਮਝ ਤੋਂ ਬਾਹਰ ਹੈ। ਬਿਕੋਜ਼ ਇਹ ਡੈਡਲਾਈਨ ਲੈਣ ਦਾ ਜਿਹੜਾ ਸਮਾਂ ਹੈ, ਮਤਲਬ ਆਈ ਥਿੰਕ देयर हैज़ टू बी लिमिट। मतलब ਕਿਹੜੀ ਤੁਸੀਂ ਡੈਡਲਾਈਨ ਦੇ ਰਹੇ ਹੋ, ਕਿਹੜਾ ਤੁਹਾਡੇ ਕੋਲ ਬਲੂਪ੍ਰਿੰਟ ਹੈ, ਉਹਦਾ ਕੀ ਰੂਪਰੇਖਾ ਹੈ? ਮਤਲਬ ਇਹ ਬੜੇ ਵੱਡੇ ਕੁਐਸਚਨਸ ਹੈਗੇ ਨੇ। ਦੈਟ ਗਵਰਨਮੈਂਟ ਹੈਜ਼ ਟੂ ਗੈਟ ਡਾਊਨ ਟੂ ਦ ਸਪੈਸਿਫਿਕਸ ਨਾਓ।
ਲੀਡਰ ਆਫ ਆਪੋਜੀਸ਼ਨ ਨੇ ਕਿਹਾ, ਪ੍ਰਤਾਪ ਬਾਜਵੇ ਦਾ ਬਿਆਨ ਹੈ ਕਿ ਅਜਾ ਕੋਈ ਬਲੂਪ੍ਰਿੰਟ ਨਹੀਂ ਹੈ, ਇਹ ਹਵਾ 'ਚ ਗੱਲਾਂ ਬਾਤਾਂ ਹੈ। ਚਲੋ ਚੀਫ ਮਿਨਿਸਟਰ ਬਿਹਤਰ ਜਾਣਦੇ ਹੋਣਗੇ, ਲੇਕਿਨ ਜੋ ਜ਼ਮੀਨ ਤੇ ਸਤਹੀ ਪੱਧਰ ਉੱਤੇ ਧਰਾਤਲ ਉੱਤੇ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ, ਨੌਜਵਾਨ ਮਰ ਰਹੇ ਨੇ, ਨਸ਼ੇ ਦੀ ਤਸਕਰੀ ਦਾ ਕਾਰੋਬਾਰ ਆਪਣੇ ਪੂਰੇ ਦੇ ਪੂਰੇ ਸਿਖਰ ਦੇ ਉੱਤੇ ਠੀਕ ਉਸੇ ਤਰਜ਼ ਦੇ ਉੱਤੇ ਹੈ, ਉਹਦੇ ਵਿੱਚ ਕੋਈ ਗਿਰਾਵਟ ਨਹੀਂ। ਪਿੱਛੇ ਪੰਜਾਬ ਪੁਲਿਸ ਨੇ ਬਹੁਤ ਐਕਟਿਵਿਜ਼ਮ ਦਿਖਾਇਆ, ਠੀਕ ਹੈ, ਨਾਲ ਦੇ ਨਾਲ ਨਸ਼ਾ ਫੜਿਆ ਵੀ ਜਾ ਰਿਹਾ, ਨਸ਼ੇ ਦੇ ਤਸਕਰ ਫੜੇ ਵੀ ਜਾ ਰਹੇ ਨੇ, बट मैंने नहीं लगता कि ये कंट्रोल कर पा रहे हैं इस समस्या को। मान साहब ने कहा है कि इसकी जिम्मेदारी विलेज कम्युनिटीज़ को देनी चाहिए, क्योंकि गांव में जो है लोग जानते हैं एक दूसरे को और उनको पता भी होगा कि कौन तस्करी कर रहा है, कौन बेच रहा है ड्रग्स, तो एक जिम्मेदारी सौंप दी गई है। लेकिन क्या इस पे अमल होगा? क्या आपको ऐसा एग्जाम्पल्स दिख रहे हैं जहाँ पे लोगों ने अपने लेवल पे कोशिश की इसको बंद करने की? मान साहब ने बोले हैं गल? हाँ, उन्होंने बोला। एक्चुअली मैं लीडर ਨੂੰ ਅੱਜਕੱਲ ਸੁਣਦਾ ਨਹੀਂ, ਪੋਲੀਟੀਸ਼ੀਅਨ ਦੇ ਭਾਸ਼ਣ ਪੂਸ਼ਣ ਮੈਂ ਸੁਣਨੇ ਬੰਦ ਕੀਤੇ ਹੋਏ ਨੇ, ਬਿਕੋਜ਼ ਆਈ ਡੋਂਟ ਥਿੰਕ ਦੈਟ ਦੇ ਮੇਕ ਐਨੀ ਸੈਂਸ। ਲੇਕਿਨ ਜਿਹੜੀ ਤੁਸੀਂ ਗੱਲ ਕੀਤੀ, ਜੇ ਮਾਨ ਸਾਹਿਬ ਨੂੰ ਤੁਸੀਂ ਕੋਟ ਕੀਤਾ ਕਿ ਮਾਨ ਸਾਹਿਬ ਨੇ ਕਿਹਾ ਹੈ ਕਿ ਪਿੰਡ ਦੇ ਲੈਵਲ ਤੇ, ਹੁਣ ਇੱਥੇ ਤੁਹਾਨੂੰ ਮੈਂ ਸਰਕਾਰ ਦੀ ਕਥਨੀ ਤੇ ਕਰਨੀ ਦੇ ਵਿੱਚ ਫਰਕ ਦੱਸਦਾ ਹਾਂ। ਸਿੱਧੂ ਮੂਸੇਵਾਲਾ ਦਾ ਸ਼ਹਿਰ ਮਾਨਸਾ ਜ਼ਿਲ੍ਹਾ ਪੰਜਾਬ ਦਾ, ਮਾਨਸੇ ਦੇ ਵਿੱਚ ਪਿਛਲੇ ਤਕਰੀਬਨ 2 ਮਹੀਨੇ ਤੋਂ ਇੱਕ ਮੁੱਦਾ ਭਖਿਆ ਹੋਇਆ ਹੈ। ਆ ਜਿਹੜੀ ਤਸਵੀਰ ਪਿੱਛੇ ਆਪਾਂ ਨੌਜਵਾਨ ਦੀ ਦੇਖ ਰਹੇ, ਇਹ ਪਰਵਿੰਦਰ ਸਿੰਘ ਝੋਟਾ ਨਾਂ ਦਾ ਇੱਕ ਵਿਜੀਲੈਂਟੇ ਹੈ, ਠੀਕ ਹੈ, ਦਾ ਕ੍ਰਿਮੀਨਲ ਪਿਛੋਕੜ ਰਿਹਾ, ਇਹਦੇ ਖਿਲਾਫ ਕੁਝ ਮਾਮਲੇ ਦਰਜ ਰਹੇ ਨੇ। ਇਸ ਬੰਦੇ ਨੇ ਆਪਣੇ ਸ਼ਹਿਰ ਦੇ ਵਿੱਚੋਂ ਨਸ਼ੇ ਦੇ ਤਸਕਰਾਂ ਨੂੰ, ਜਾਂ ਕਹਿ ਲਈ ਕਿ ਨਸ਼ੇ ਦੀ ਸਪਲਾਈ ਦੇਣ ਵਾਲੇ ਕੁਝ ਮੈਡੀਕਲ ਡਰੱਗ ਸਟੋਰ ਸੀ, ਉਹਨਾਂ ਨੂੰ ਫਲੈਗ ਕੀਤਾ ਤੇ ਉਹਨਾਂ ਦੀ ਜਾ ਕੇ ਛਾਪੇਮਾਰੀ ਕੀਤੀ, ਲੋਕਾਂ ਦੇ ਨਾਲ ਇਕੱਠੇ ਹੋ ਕੇ, ਵਿਜੀਲੈਂਟਿਜ਼ਮ ਜਿਹਨੂੰ ਕਹਿੰਦੇ। ਜ਼ਾਹਿਰੀ ਤੌਰ ਤੇ ਨਸ਼ੇ ਦੇ ਕੈਪਸੂਲ ਵਿਕਦੇ ਪਏ ਸੀਗੇ, ਘਰਾਂ ਦੇ ਵਿੱਚ ਕੂਰੀਅਰ ਦੇ ਤੌਰ ਤੇ ਬੱਚੇ ਲਿਜਾ ਰਹੇ ਸੀ। ਇਹਨਾਂ ਨੇ ਇੱਕ ਸਟਿੰਗ ਆਪਰੇਸ਼ਨ ਕੀਤਾ, ਇੱਕ ਅਜਿਹੇ ਡਰੱਗ ਸਟੋਰ ਤੋਂ ਨਸ਼ੇ ਦਾ ਕੈਪਸੂਲ ਇਹਨਾਂ ਨੇ ਕਿਸੇ ਕੂਰੀਅਰ ਬੱਚੇ ਦੇ ਥਰੂ ਮੰਗਵਾਇਆ। ਬੱਚੇ ਨੇ ਇਹਨੂੰ ਜਾਣਕਾਰੀ ਦਿੱਤੀ, ਮੈਂ ਫਲਾਂ ਸਟੋਰ ਤੋਂ ਲੈ ਕੇ, ਇਹਨਾਂ ਨੇ ਫਲਾਂ ਸਟੋਰ ਦੇ ਉੱਤੇ ਜਾ ਕੇ ਆਮ ਸ਼ਹਿਰ ਦੇ ਵਸਨੀਕਾਂ ਦੇ ਨਾਲ, ਮੁਅੱਜ਼ਜ਼ ਲੋਕ ਸ਼ਾਮਲ ਸੀ, ਉੱਥੇ ਛਾਪਾ ਮਾਰਿਆ। ਉਸ ਜਿਹੜਾ ਡਰੱਗ ਸਟੋਰ ਦਾ ਮਾਲਕ ਸੀ ਉਸ ਨੂੰ ਇਹਨਾਂ ਨੇ ਫੜ ਕੇ, ਠੀਕ ਹੈ, ਉਹਦੇ ਨਾਲ ਥੋੜਾ ਜਿਹਾ ਇਹਨਾਂ ਨੇ ਵੀ ਆਪਣੀ ਲਿਮਿਟ ਕ੍ਰਾਸ ਕੀਤੀ ਤੇ ਉਹਦੇ ਗਲੇ 'ਚ ਜੁੱਤਿਆਂ ਦਾ ਹਾਰ ਹੂਰ ਪਾ ਕੇ ਇਹਨੂੰ ਸ਼ਹਿਰ ਦੇ ਵਿੱਚੋਂ ਲਿਜਾਂਦੇ ਹੋਏ ਪੁਲਿਸ ਨੂੰ ਸੌਂਪਤਾ। ਪੁਲਿਸ ਦੇ ਕੋਲ ਕਿਉਂਕਿ ਧਾਰਾਵਾਂ ਅਜਿਹੀਆਂ ਨੇ ਕਾਨੂੰਨ ਦੇ ਤਹਿਤ ਤੁਸੀਂ ਜ਼ਿਆਦਾ ਸਮਾਂ ਰੱਖ ਨਹੀਂ ਸਕਦੇ ਸੀ, ਉਹਦੀ ਬੇਲ ਨਾਲ ਦੇ ਨਾਲ ਹੋ ਗਈ। 2 ਦਿਨ ਬਾਅਦ ਪਰਵਿੰਦਰ ਸਿੰਘ ਝੋਟੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਅੱਛਾ, ਪੁਲਿਸ ਨੇ ਉਹਦੇ ਘਰੋਂ ਜਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਫਿਰ ਇਹ ਦੱਸਿਆ ਗਿਆ ਪੁਲਿਸ ਵੱਲੋਂ ਕਿ ਇਸ ਪਰਵਿੰਦਰ ਸਿੰਘ ਝੋਟੇ ਦਾ ਤਾਂ ਆਪਣਾ ਇੱਕ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਤੇ ਪੰਜਾਬ ਦੇ ADGP ਲੈਵਲ ਦੇ ਅਧਿਕਾਰੀ ਡੋਪ ਟੈਸਟ ਦੀਆਂ ਰਿਪੋਰਟਾਂ ਲੈ ਕੇ ਪਰਵਿੰਦਰ ਝੋਟੇ ਦੀਆਂ ਮੀਡੀਆ ਦੇ ਪਬਲਿਕ ਨੂੰ ਇਹ ਕਹਿੰਦੇ ਹੋਏ ਨਜ਼ਰ ਆਏ ਵੀ ਦੇਖੋ ਬੰਦਾ ਤਾਂ ਖੁਦ ਨਸ਼ਾ ਕਰਦਾ ਸੀ ਤੇ ਇਹਨੇ ਕੀ ਨਸ਼ਾ ਛੁਡਾਉਣਾ। ਇਹ ਸਾਡੇ ਪੰਜਾਬ ਪੁਲਿਸ ਤੇ ਪੁਲਿਸ ਅਧਿਕਾਰੀਆਂ ਦੀ ਸਮਝ ਹੈ ਡਰੱਗਸ ਦੇ ਇਸ਼ੂ, ਐਡਿਕਸ਼ਨ ਦੇ ਇਸ਼ੂਜ਼ ਦੇ ਨਾਲ, ਐਡਿਕਟਸ ਦੇ ਨਾਲ। ਉਹ ਲੋਕ ਜੋ ਕਿ ਮੈਂਟਲ ਹੈਲਥ ਜਾਂ ਡਰੱਗ ਕ੍ਰਾਈਸਿਸ ਦਾ ਸਾਹਮਣਾ ਕਰ ਰਹੇ ਨੇ, ਉਹਨਾਂ ਦੀ ਡੋਪ ਰਿਪੋਰਟਸ ਨੂੰ ਤੁਸੀਂ ਪਬਲਿਕਲੀ ਆਪਣੀ ਪੁਲਿਸ ਦੀ ਸਾਖ ਨੂੰ ਬਚਾਉਣ ਲਈ ADGP ਲੈਵਲ ਦਾ, ਵਿਚ ਇਜ਼ ਆਲਮੋਸਟ DGP ਲੈਵਲ ਅਧਿਕਾਰੀ ਕਰਦੇ ਨੇ। ਪਿਛਲੇ 1.5 ਮਹੀਨੇ ਤੋਂ ਧਰਨਾ ਲੱਗਿਆ ਹੋਇਆ ਹੈ। ਉਹਨਾਂ ਨੇ ਪੁਲਿਸ ਨੂੰ ਗੋਡਿਆਂ ਤੇ ਲਿਆਤਾ। SSP ਕੱਲ ਪਰਸੋਂ ਜਾ ਕੇ ਆਏ ਨੇ ਉੱਥੇ, SSP ਜਿਹੜੇ ਮਾਨਸਾ ਹੈਗੇ ਨੇ ਨਾਨਕ ਸਿੰਘ, ਤੇ ਉਹਨਾਂ ਨੇ ਪਹਿਲਾਂ ਸਿਚੁਏਸ਼ਨ ਨੂੰ ਹੈਂਡਲ ਥੋੜੀ ਜਿਹੀ ਫਰਾਕ ਦੇ ਲਈ, ਦਰਿਆ ਦੇ ਲਈ ਤੇ ਥੋੜੀ ਜਿਹੀ ਸਿਆਣਪ ਪੰਜਾਬ ਪੁਲਿਸ ਨੇ ਦਿਖਾਈ ਹੁੰਦੀ। ਸਿਚੁਏਸ਼ਨ ਇਸ ਮੁਹਾਰੇ ਤੇ ਨਹੀਂ ਆਣੀ ਸੀ। ਤੁਸੀਂ ਕਾਰਵਾਈ ਤਾਂ ਡਰੱਗ ਦੇ ਤਸਕਰਾਂ ਦੇ ਖਿਲਾਫ ਕਰੋ ਜਾਂ ਜਿਹੜੇ ਡਰੱਗ ਸਪਲਾਈ ਕਰਦੇ ਨੇ। ਤੁਸੀਂ ਜਿਹੜੇ ਵਿਸਲ ਬਲੋਅਰ ਨੇ, ਕਲਾਸਿਕ ਕੇਸ ਆਫ ਸ਼ੂਟਿੰਗ ਦਾ ਮੈਸੇਂਜਰ, ਤੁਸੀਂ ਜਾ ਕੇ ਪਰਵਿੰਦਰ ਝੋਟੇ ਨੂੰ ਅੰਦਰ ਕਰਤਾ। ਹੁਣ ਉਹਦੇ ਪੱਖ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਯੂਨੀਅਨ ਤੇ ਸ਼ਹਿਰ ਨਿਵਾਸੀ ਇਕੱਠੇ ਹੋ ਗਏ, ਉਹਨਾਂ ਨੇ ਧਰਨਾ ਲਾਤਾ, ਪ੍ਰੋਟੈਸਟ ਚੱਲਦੇ ਪਏ ਨੇ। ਹੁਣ ਜਾ ਕੇ SSP ਉੱਥੇ ਸਟੇਜ ਤੇ ਖੜੇ ਹੋ ਕੇ ਢਿੱਲੇ ਹੋਏ, ਹੱਥ ਪੈਰ ਢਿੱਲੇ ਪਏ ਨੇ ਪ੍ਰਸ਼ਾਸਨ ਦੇ। ਹੁਣ ਕਿਹੜੇ ਚੀਫ ਮਿਨਿਸਟਰ ਦੇ ਆਪਾਂ ਬਿਆਨ ਨੂੰ ਮੰਨੀਏ? ਆਪਾਂ ਚੀਫ ਮਿਨਿਸਟਰ ਦੀ ਇਹ ਗੱਲ ਨੂੰ ਮੰਨੀਏ ਵੀ ਪਿੰਡ ਵਾਲਿਆਂ ਨੂੰ ਜ਼ਿੰਮੇਵਾਰੀ ਦੇ ਦਿਓ, ਤੇ ਪਿੰਡ ਦੇ ਵਿੱਚ ਜੇ ਪਰਵਿੰਦਰ ਝੋਟੇ ਵਰਗੇ ਆ ਕੇ ਕੁਝ ਕੰਮ ਕਰਨਾ ਚਾਹੁੰਦੇ ਨੇ ਤਾਂ ਤੁਹਾਡੀ ਪੁਲਿਸ ਉਹਦੀ ਡੋਪ ਟੈਸਟਾਂ ਦੀ ਰਿਪੋਰਟਾਂ ਨਸ਼ਰ ਕਰਦੀਆਂ ਨੇ ਤੇ ਫਿਰ ਪਬਲਿਕ ਨੂੰ ਦਿਖਾਉਂਦੇ ਨੇ ਤਾਂ ਬੰਦਾ ਖੁਦ ਨਸ਼ੇ ਦਾ ਨਸ਼ੇੜੀ ਸੀਗਾ, ਵਟਐਵਰ ਹੀ ਵਾਸ ਲਾਈਕ ਸੀ। ਤਾਂ ਫਿਰ ਕੀ ਹੋ ਗਿਆ? ਜੇ ਕਿਸੇ ਮਾੜੇ ਬੰਦੇ ਨੇ ਜਾਂ ਕਿਸੇ ਇਸ ਤਰੀਕੇ ਦੇ ਬੰਦੇ ਨੇ ਜਿਹਦਾ ਕੋਈ ਬੈਕਗ੍ਰਾਉਂਡ ਇਸ ਤਰੀਕੇ ਦਾ ਕ੍ਰਿਮੀਨਲ ਰਿਹਾ ਹੋਵੇ, ਉਹਨੂੰ ਕੋਈ ਹੱਕ ਨਹੀਂ ਕਿ ਸਮਾਜ ਦੇ ਵਿੱਚ ਸੁਧਾਰ ਕਰ ਸਕੇ ਜਾਂ ਖੁਦ ਮੇਨ ਸਟ੍ਰੀਮ ਦੇ ਵਿੱਚ ਜਾ ਸਕੇ। ਇਹ ਤਾਂ ਸਾਡੀ ਸੋਚ ਹੈ ਪੁਲਿਸ ਦੀ, ਇਹ ਸਾਡੀ ਸਰਕਾਰਾਂ ਦੀ ਸੋਚ ਹੈ। ਐਂਡ ਵਾਈ ਹੈਜ਼ ਦ ਚੀਫ ਮਿਨਿਸਟਰ, ਉੱਥੋਂ ਦਾ ਕੋਈ ਪੋਲੀਟੀਸ਼ੀਅਨ, ਮਾਨਸੇ ਦੇ ਲੈਵਲ ਦੇ ਕੋਈ ਜਿਹੜੇ ਸਥਾਨਕ ਪੋਲੀਟੀਸ਼ੀਅਨ, ਤੁਹਾਡੇ ਮੰਤਰੀ ਉੱਥੋਂ ਆਉਂਦੇ ਨੇ, ਇੰਨੇ ਲੀਡਰ ਉੱਥੋਂ ਆਉਂਦੇ ਨੇ, ਚੀਫ ਮਿਨਿਸਟਰ ਉਸ ਜ਼ਿਲ੍ਹੇ ਦਾ ਹੋਵੇ ਤੇ ਇੱਕ ਬਿਆਨ ਤੱਕ ਚੀਫ ਮਿਨਿਸਟਰ ਨੇ ਨਹੀਂ ਕਿਹਾ ਕਿ ਯਾਰ ਇਹ ਲੋਕ ਜਿਹੜੇ ਕਿ ਨਸ਼ੇ ਦੇ ਖਿਲਾਫ ਗੱਲ ਕਰ ਰਹੇ ਸੀ, ਤੁਸੀਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿਓ। ਲੋਕਾਂ ਦੇ ਖਿਲਾਫ ਬਦੋਬਦੀ ਤੁਸੀਂ ਉੱਥੇ ਜਾ ਕੇ ਧਰਨੇ ਖੜੇ ਕਰਾ ਲਏ, ਆਪਣੇ ਖਿਲਾਫ ਮਤਲਬ ਮੁਹਿੰਮ ਖੜੀ ਕਰਾ ਲਈ। ਐਂਡ ਨਾਓ ਤੁਸੀਂ ਹੁਣ 15 ਅਗਸਤ ਦੇ ਮੌਕੇ ਤੇ ਭਾਸ਼ਣ ਦੇ ਰਹੇ ਹੋ ਕਿ ਜੀ ਤੁਸੀਂ ਲੋਕਾਂ ਤੋਂ ਕੰਮ ਲਓ, ਬਲੂਪ੍ਰਿੰਟ ਤੋਂ। ਵਾਟ ਇਜ਼ ਦਿਸ ਨੌਨਸੈਂਸ? ਦਿਸ ਇਜ਼ ਲਿਟਲ ਨੌਨਸੈਂਸ। ਤੇ ਮਤਲਬ ਮੈਂ ਇਹ ਨਹੀਂ ਕਹਿੰਦਾ ਕਿ ਚਲੋ ਨੀਅਤਾਂ ਸਾਰੀਆਂ ਸਰਕਾਰਾਂ ਦੀਆਂ ਮਾੜੀਆਂ ਨਹੀਂ ਹੁੰਦੀਆਂ, ਤਾਂ ਕੈਪਟਨ ਅਮਰਿੰਦਰ ਸਿੰਘ ਦੀ ਵੀ ਨੀਅਤ ਮਾੜੀ ਥੋੜ੍ਹਾ ਨਾ ਹੋਏਗੀ ਜਦੋਂ ਉਹਨੇ ਗੁਟਕਾ ਸਾਹਿਬ ਦੇ ਮੱਥੇ ਤੇ ਲਾਇਆ। ਹਰ ਸਰਕਾਰ, ਹਰ ਮੁੱਖ ਮੰਤਰੀ ਕਰਨਾ ਚਾਹੁੰਦਾ ਸੀ, ਬਟ ਵੇਅਰ ਇਜ਼ ਦ ਡਿਲੀਵਰੀ, ਵੇਅਰ ਇਜ਼ ਦਿਸ ਪਰਫਾਰਮੈਂਸ? ਸੋ ਆਹ ਸਥਿਤੀ ਹੈ। ਉਹ ਕਹਿੰਦਾ ਕਿ ਮਤਲਬ
ਅੱਜ ਤੁਹਾਡੇ ਸਾਹਮਣੇ ਕਲਾਸਿਕ ਕੇਸ ਨੇ ਵੀ ਜੋ ਤੁਸੀਂ ਮੂੰਹ ਤੋਂ ਕੱਢਦੇ ਪਏ ਹੋ ਆਪਣੇ ਭਾਸ਼ਣਾਂ ਦੇ ਵਿੱਚ, ਤੁਸੀਂ ਜ਼ਮੀਨ ਦੇ ਉੱਤੇ ਸਤਹੀ ਲੈਵਲ ਦੇ ਉੱਤੇ ਤੁਸੀਂ ਤੇ ਤੁਹਾਡੇ ਅਫਸਰ ਉਹ ਤੁਹਾਡੀ ਕਈਆਂ ਗੱਲਾਂ ਦਾ ਹੈ, ਤੁਹਾਡਾ ਜਿਹੜਾ ਸੋ ਕਾਲਡ ਟਿਪੀਕਲ ਫਲਸਫਾ ਹੈ ਉਹਦਾ ਹਸ਼ਰ ਕੀ ਕਰਦੇ ਪਏ ਨੇ। ਆ ਤੁਹਾਡੇ ਮਾਨਸੇ ਦੇ ਵਿੱਚ ਧਰਨਾ ਜਾ ਕੇ ਦੇਖ ਲਓ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ बैठे ਨੇ। तो अगर सरकार की इंटेंट, चीफ मिनिस्टर साहब एक स्टेटमेंट देते हैं लेकिन फिर उनके जो अलग अलग जो विंग्स है गवर्नमेंट के वहाँ पे वो बात पहुँचती नहीं है, तो शायद एक सेम पेज पे वो लोग आ नहीं पा रहे हैं या फिर कोई इंटरनली ऐसा कुछ मैकेनिज्म तैयार नहीं हो पा रहा है जिससे जो है ये मैसेज फैले और हर कोई जो है, हर कोई इदारा जो है आके इस पे इकट्ठे मिलके काम करे। एक ICSSR की स्टडी है जो हाल ही में आई है, जो अब पब्लिश हो रही है, उनके मुताबिक उन्होंने कहा है कि गाँव में तो ये प्रॉब्लम सख्त है, लेकिन जैसे मान साहब कह रहे हैं बड़ा आसान सा नुस्खा उन्होंने दे दिया है कि भाई कंपनीज आएंगी, निवेश करेंगी तो फिर लोगों को रोज़गार मिलेगा, तो ये प्रॉब्लम अपने आप ख़त्म हो जाएगा। उसने जो है कहा है कि भाई जो पॉलिटिशियन और ड्रग माफिया का जो नेक्सस है वो एक बहुत बड़ी वजह है, उस स्टडी में कहा गया है। और उन्होंने कहा है कि पंजाब ही नहीं, हरियाणा में भी ये प्रॉब्लम है, राजस्थान में भी है, लेकिन पंजाब में क्योंकि सबसे ज़्यादा है ड्रग प्रॉब्लम, तो ये एक वजह है। तो आपको लगता है कि उस बारे में बात होनी चाहिए कि ये पॉलिटिशियन ड्रग माफिया का नेक्सस है जिसको तोड़ना बहुत ज़रूरी है, और सिर्फ अगर गांव वालों पे ही ये जिम्मेदारी दे दी जाएगी तो फिर बात बनेगी नहीं? नहीं, बिल्कुल ਤੁਸੀਂ ठीक कह रहे हो। देखो ये ਜਿਹੜੀ ਨਸ਼ੇ ਦੀ ਸਮੱਸਿਆ ਨਾ, ਇਹਦੇ ਮਲਟੀ ਪ੍ਰੋਂਗ ਸਟ੍ਰੈਟਜੀਜ਼ ਚਾਹੀਦੀਆਂ ਨੇ। ਜੋ ਕਹਿ ਰਹੇ ਨੇ ਉਹ ਵੀ ਠੀਕ ਹੈ, ਬਟ ਚੀਫ ਮਿਨਿਸਟਰ ਇਜ਼ ਸੇਇੰਗ ਇਜ਼ ਆਲਸੋ ਓਕੇ ਟੂ ਦ ਐਕਸਟੈਂਟ ਕਿ ਤੁਸੀਂ ਨੌਕਰੀਆਂ ਦੇਣੀਆਂ, ਬੇਰੋਜ਼ਗਾਰੀ ਹੈ, ਲੋਕਾਂ ਕੋਲ ਡਾਇਰੈਕਸ਼ਨ ਨਹੀਂ ਹੈ, ਦੇयर इज ਅ ਸੈਂਸ ਆਫ ਹੋਪਲੈਸਨੈਸ ਅਮੰਗ ਦ ਯੂਥ ਆਫ ਪੰਜਾਬ। ਉਸ ਲੈਵਲ ਤੇ ਤੁਹਾਡੀ ਇੰਪਲੋਏਬਿਲਿਟੀ ਨਹੀਂ, ਤੁਹਾਡੇ ਸਕਿੱਲਸ ਨਹੀਂ, ਤੁਹਾਡੀ ਸਕੂਲਿੰਗ ਵਿਵਸਥਾ ਨੇ ਬੱਚਿਆਂ ਨੂੰ ਉਸ ਲੈਵਲ ਤੇ ਖੜਾ ਹੀ ਨਹੀਂ ਕੀਤਾ। ਯੂ ਨੋ ਥੀਜ਼ ਆਰ ਵੈਰੀ ਹਿਊਜ ਸੀਰੀਅਸ ਇਸ਼ੂਜ਼, ਐਂਡ ਇਹ ਇਕੱਲਾ 1-2 ਸਾਲ ਦੀ ਗਿਰਾਵਟ ਥੋੜ੍ਹਾ ਨਾ ਜੀ, ਇਹ ਤਾਂ ਪੰਜਾਬ ਦੇ ਵਿੱਚ ਸਿਸਟੈਮਿਕ ਜਿਹੜਾ ਨਿਗਾਰ ਹੋਇਆ ਹੈ। ਲੇਕਿਨ ਸਭ ਤੋਂ ਮੋਟਾ ਚੈਲੰਜ ਹੈ ਵੀ ਇੱਕ ਚੀਜ਼ ਹੁੰਦੀ ਹੈ ਤੁਸੀਂ ਕੁਝ ਕਰਕੇ ਦਿਖਾਣਾ ਹੈ, ਰਾਈਟ। ਤੁਸੀਂ ਇਹ ਸਮੱਸਿਆਵਾਂ ਨੂੰ ਐਡੇ ਛੇਤੀ ਨਹੀਂ ਹੱਲ ਕਰ ਸਕਦੇ। ਤੁਸੀਂ ਨੌਕਰੀਆਂ ਰਾਤ ਤੋਂ ਰਾਤ ਨਹੀਂ ਸਾਲ 'ਚ ਦੇ ਦੇਣੀਆਂ, ਠੀਕ ਹੈ ਨਾ। ਜੇ ਦੇ ਵੀ ਦਿੱਤੀਆਂ ਤਾਂ ਵੀ ਤੁਹਾਡਾ ਹੱਲ ਲਿਮਿਟਿਡ ਲੈਵਲ ਤੇ ਹੋਣਾ ਹੈ। ਨੌਕਰੀਆਂ ਦੇਣ ਨਾਲ ਹੱਲ ਨਹੀਂ ਹੁੰਦਾ। ਯੂ ਨੋ ਤੁਸੀਂ ਅੱਜ ਪੰਜਾਬ ਦੇ ਜਿਹੜੇ ਅਫਸਰ ਹੈਗੇ ਨੇ ਜਾਂ ਈਵਨ ਪੁਲਿਸ ਦਾ ਡਿਪਾਰਟਮੈਂਟ ਜਿਹੜਾ ਪੰਜਾਬ ਦਾ, ਜਿਸ ਦਾ ਮੇਨ ਕੰਮ ਹੈ ਕਿ ਨਸ਼ੇ ਦੇ ਖਿਲਾਫ ਲੜਾਈ ਲੜਨਾ, ਉਸ ਦੇ ਵਿੱਚ ਕਿਸੇ ਲੀਡਰ ਨੇ ਵੀ ਡਿਮਾਂਡ ਕੀਤੀ ਸੀ ਤੇ ਇਹ ਇੱਕ ਰੈਲੇਵੈਂਟ ਡਿਮਾਂਡ ਹੈ ਕਿ ਤੁਸੀਂ ਪੰਜਾਬ ਪੁਲਿਸ ਦੇ ਅਫਸਰਾਂ ਦਾ ਅੱਜ ਡੋਪ ਟੈਸਟ ਕਰਾ ਲਓ। ਪੰਜਾਬ ਪੁਲਿਸ ਦੇ ਸਤਹੀ ਪੱਧਰ ਤੇ ਕੰਮ ਕਰਦੇ ਅਫਸਰਾਂ ਦੇ ਇੱਕ ਵਾਰ ਡੋਪ ਟੈਸਟ ਕਰਾਓ ਤਾਂ ਸਹੀ। ਤਸਵੀਰਾਂ ਆਉਂਦੀਆਂ ਨੇ, ਵੀਡੀਓਜ਼ ਆਉਂਦੇ ਨੇ, ਜਿਹੜੀਆਂ ਪੱਤੀਆਂ ਫਿਲਮਾਂ ਹੁੰਦੀਆਂ ਨੇ ਨਾ, ਉਹਨਾਂ ਦੇ ਉੱਤੇ ਨਸ਼ੇ ਦੀਆਂ ਲੀਕਾਂ ਕੱਢਦੇ ਹੋਏ ਪੁਲਿਸ ਅਫਸਰ, ਲੋਟ ਆਫ ਵੀਡੀਓਜ਼ ਹੈਵ ਇਮਰਜਡ, ਰਾਈਟ। ਪੁਲਿਸ ਅਫਸਰ ਇਸ ਲੱਤ ਦੇ ਸ਼ਿਕਾਰ ਹੈਗੇ ਨੇ, ਰਹੇ ਨੇ। ਤੁਸੀਂ ਕਰਾਓ ਉਹ ਡੋਪ ਟੈਸਟ ਜੇ ਕਰਾਉਣਾ ਚਾਹੁੰਦੇ ਹੋ। ਸੋ ਪੁਆਇੰਟ ਇਹ ਖੜਾ ਹੋ ਰਿਹਾ ਵੀ ਜਿਹੜੀ ਚੀਜ਼ ਜਿਹੜੀ ਵਿਜ਼ੀਬਲ ਰਿਜ਼ਲਟਸ ਹੈ, ਘੱਟੋ ਘੱਟ ਉਸ ਪੱਖੋਂ ਹੀ ਸਰਕਾਰ ਕਰ ਲਏ। ਮੈਂ ਨਹੀਂ ਕਹਿੰਦਾ ਤੁਸੀਂ ਦੋਗੇ ਨਾ ਹੋਗਾ ਨੌਮਨ ਤੇਲ ਨਾ ਰਾਧਾ ਨਾਚੇਗੀ, ਉਹ ਵਾਲੀ ਗੱਲ ਹੋ ਗਈ ਨਾ ਵੀ ਜਦੋਂ ਨੌਕਰੀਆਂ ਮਿਲੂਗੀਆਂ ਜੀ ਭਵਿੱਖ ਬੈਟਰ ਹੋਊਗਾ। ਇਹ ਤਾਂ ਠੀਕ ਹੈ, ਦੀਜ਼ ਆਰ ਆਲ ਯੋਰ ਲੌਂਗ ਟਰਮ ਗੋਲਸ। ਲੇਕਿਨ ਰਾਈਟ ਨਾਓ ਇੱਕ ਚੀਜ਼ ਤੁਹਾਨੂੰ ਸਮਝ ਆ ਰਹੀ ਹੈ ਵੀ ਨਸ਼ਾ ਪੰਜਾਬ ਦੀ ਗਲੀਆਂ ਦੇ ਵਿੱਚ ਵਿਕਦਾ ਪਿਆ। ਤੇ ਪੁਲਿਸ ਰਿਕਵਰੀਆਂ ਵੀ ਕਰ ਰਹੀ ਹੈ, ਐਸਾ ਨਹੀਂ ਕਿ ਪੁਲਿਸ ਰਿਕਵਰ ਨਹੀਂ ਕਰ ਪਾ ਰਹੀ। ਪੰਜਾਬ ਪੁਲਿਸ ਆਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਬਟ ਲੇਕਿਨ ਆਪਰੇਸ਼ਨਲ ਲੈਵਲ ਦੇ ਉੱਤੇ, ਈਵਨ ਸੀਨੀਅਰਸ ਲੈਵਲ ਦੇ ਉੱਤੇ ਅਜਿਹੇ ਅਫਸਰ ਵੀ ਹੈਗੇ ਨੇ ਪੰਜਾਬ ਪੁਲਿਸ ਦੇ ਵਿੱਚ ਹੂ ਆਰ ਦ ਬਲੈਕ ਸ਼ੀਪ। ਬਹੁਤ ਸੇ ਅਜਿਹੇ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇਹ ਗੋਰਖ ਧੰਦਾ ਚੱਲਦਾ ਹੈ। ਤੇ ਜਿਹੜੀ ਸੈਂਟਰਲ ਏਜੰਸੀਜ਼ ਹੈਗੀਆਂ ਨੇ, ਭਾਰਤ ਦੀਆਂ ਏਜੰਸੀਜ਼ ਹੈਗੀਆਂ ਨੇ, ਇਹ ਬਾਕਾਇਦਾ ਚੀਜ਼ਾਂ ਡਾਕੂਮੈਂਟਡ ਹੈਗੀਆਂ ਨੇ ਕਿ ਬਹੁਤ ਸੇ ਸੀਨੀਅਰ ਅਧਿਕਾਰੀ, ਯੂ ਵੋਂਟ ਬਿਲੀਵ, ਪੰਜਾਬ ਦੇ ਵਿੱਚ ਇੱਕ ਅਸਿਸਟੈਂਟ AIG DIG ਲੈਵਲ ਦਾ, ਡੈਪੂਟੀ ਇੰਸਪੈਕਟਰ ਜਨਰਲ ਲੈਵਲ ਦਾ ਇੱਕ ਅਧਿਕਾਰੀ ਇਸ ਵਕਤ ਇੱਕ ਸਰਵਿੰਗ DIG ਹੈ, ਉਸ ਨੂੰ ਕੰਮ ਦਿੱਤਾ ਗਿਆ ਐਂਡ ਹੀ ਹੈਜ਼ ਬੀਨ ਨੋਮੀਨੇਟਡ ਇਨ ਐਨ FIR। ਡਰੱਗ ਸਮਗਲਰਾਂ ਦੀ ਪੁਸ਼ਤ ਪਨਾਹੀ ਕਰਨ ਦੀ, ਉਹਨਾਂ ਦੀ ਮਦਦ ਕਰਨ ਦੇ ਕੇਸ ਦੇ ਵਿੱਚ 2 FIRਾਂ ਦੇ ਵਿੱਚ ਨੋਮੀਨੇਟਡ ਇੱਕ ਅਫਸਰ ਪੰਜਾਬ ਦਾ ਇਸ ਵਕਤ ਸਿਟਿੰਗ DIG ਹੈ। ਬਤਾਈਏ, ਇੱਕ ਪੰਜਾਬ ਦਾ ਜਿਹੜਾ ਡਿਸਮਿਸ ਕੀਤਾ ਹੋਇਆ AIG ਹੈ, ਅਸਿਸਟੈਂਟ ਇੰਸਪੈਕਟਰ ਜਨਰਲ ਰਾਜਜੀਤ ਸਿੰਘ, ਉਹ ਇਸ ਵਕਤ ਭਗੌੜਾ ਹੋਇਆ ਹੈ। ਉਹਦੀ ਪ੍ਰੋਕਲੇਮੇਸ਼ਨ ਆਫੈਂਡਿੰਗ ਐਂਡ ਦੈਟ ਵਾਜ਼ ਅ ਮੇਜਰ ਪੰਜਾਬ ਦਾ ਜਿਹੜੇ ਵੱਡੇ ਵੱਡੇ 2 ਡਰੱਗ ਕੇਸ ਸੀਗੇ। ਵਨ ਵਾਜ਼ ਦ ਪੋਲਾ ਡਰੱਗ ਸਕੈਂਡਲ ਤੇ ਅਦਰ ਵਾਜ਼ ਦਿਸ ਸਕੈਂਡਲ, ਜਿਹਦੇ ਵਿੱਚ ਕਿ ਪੁਲਿਸ ਅਫਸਰਾਂ ਦੇ ਨਾਂ ਆਏ ਸੀ। ਤੇ ਆ ਜਿਹੜਾ ਬੰਦਾ ਸੀ, ਇਹਨੇ ਆਪਣੇ ਖਿਲਾਫ ਹਾਈ ਕੋਰਟ ਪਹੁੰਚ ਕੇ AIG ਰਾਜਜੀਤ ਸਿੰਘ ਨੇ ਸਿੱਟਾਂ ਬਣਵਾਈਆਂ, ਇਨਵੈਸਟੀਗੇਸ਼ਨ, ਹਾਈ ਕੋਰਟ ਨੇ ਇਹਨੂੰ ਦੋਸ਼ੀ ਪਾਇਆ। ਅੱਜ ਉਹ ਬੰਦਾ ਸੁਪਰੀਮ ਕੋਰਟ ਤੱਕ ਜਾਇਆ ਤੇ ਅੱਜ ਪੰਜਾਬ ਪੁਲਿਸ ਉਸ ਨੂੰ ਫੜ ਨਹੀਂ ਪਾਈ ਹੈ। ਉਹ ਇੰਡੀਆ ਦੇ ਵਿੱਚ ਹੈ। ਪੰਜਾਬ ਪੁਲਿਸ ਆਪਣੇ ਅਫਸਰਾਂ ਦੇ ਖਿਲਾਫ, AIG DIG, ਇਹਨਾਂ ਦੇ ਖਿਲਾਫ ਜਦੋਂ ਕਾਰਵਾਈ ਨਹੀਂ ਕਰੇਗੀ ਤੇ ਉਸ ਤੋਂ ਬਾਅਦ ਤੁਸੀਂ ਕੀ ਕਰ ਲੈਣਾ ਹੈ? ਯੂ ਨੋ ਦੈਟ ਇਜ਼ ਦ ਪੁਆਇੰਟ। ਸੋ ਜਿਹੜੇ ਵਿਜ਼ੀਬਲ ਦਿਸਣ ਵਾਲੇ ਤੁਸੀਂ ਰਿਜ਼ਲਟਸ ਦੇ ਸਕਦੇ ਹੋ, ਉਹਨਾਂ ਨੂੰ ਵੀ ਕਮਿਟ ਕਰਨ ਲਈ ਤੁਸੀਂ ਤਿਆਰ ਨਹੀਂ ਹੋ, ਕਿਉਂਕਿ ਚੀਫ ਮਿਨਿਸਟਰ ਦੀ ਇੱਛਾ ਸ਼ਕਤੀ ਮੈਟਰ ਨਹੀਂ ਕਰਦੀ ਹੈ। ਆਈ ਐਮ ਬੀਇੰਗ ਵੈਰੀ ਬਲੰਟ ਹੇਅਰ।
ਇਟ ਰੀਅਲੀ ਡਜ਼ਨਟ ਮੈਟਰ ਵਟ ਭਗਵੰਤ ਮਾਨ ਥਿੰਕਸ, ਨਹੀਂ ਮੈਟਰ ਕਰਦਾ। what will matter is ਕਿ ਜਿਹੜੀ ਉਹਨਾਂ ਦੀ ਜਿਹੜੀ official machinery ਹੈ that they decide, ਜਿੱਦਣ ਪੰਜਾਬ ਦੇ ਹੋਮ ਸੈਕਟਰੀ, ਪੰਜਾਬ ਦਾ ਚੀਫ ਸੈਕਟਰੀ ਤੇ ਪੰਜਾਬ ਦਾ ਡੀਜੀਪੀ ਇਹ ਠਾਣ ਲਏਗਾ ਨਾ ਕਿ ਅਸੀਂ ਕੰਮ ਕਰਨਾ ਪੰਜਾਬ ਦੇ ਵਿੱਚ, ਉਦੋਂ ਇਸ ਪ੍ਰੋਬਲਮ ਦਾ ਹੱਲ ਹੋ ਜਾਏਗਾ। ਲੇਕਿਨ ਸਾਡੇ ਪੋਲੀਟੀਸ਼ੀਅਨ ਜਿੰਨਾ ਮਰਜ਼ੀ ਸੋਚ ਲੈਣ, ਚਾਹੇ ਕੈਪਟਨ ਅਮਰਿੰਦਰ ਨੇ ਸੋਚ ਲਿਆ, ਚਾਹੇ ਭਗਵੰਤ ਮਾਨ ਨੇ ਸੋਚ ਲਿਆ, ਇਹਨਾਂ ਨੂੰ ਇਲ ਕੁੱਕੜ ਨਹੀਂ ਪਤਾ, ਸੌਰੀ ਟੂ ਯੂਜ਼ ਦਿਸ ਵਰਡ, ਬਟ they have zero idea about how this issue is to be tackled. ਇਹਨਾਂ ਨੂੰ ਪਤਾ ਹੀ ਨਹੀਂ ਕਿ ਨਸ਼ੇ ਦਾ ਅਸੀਂ ਸਮੱਸਿਆ ਦਾ ਇਲਾਜ ਕਿਵੇਂ ਕਰਨਾ। ਐਂਡ ਆਈ ਕੈਨ ਸੇ ਇਟ with certain understanding of this issue ਕਿ ਇਹਨਾਂ ਨੂੰ ਕੁਝ ਨਹੀਂ ਪਤਾ। They are totally being guided by certain officials, bureaucracy who is not themselves committed, ਉਹ ਖੁਦ committed ਨਹੀਂ ਹੈਗੇ ਨੇ, so they don't want to actually ਇਹ ਪਤਾ ਤੁਹਾਨੂੰ ਕਿੱਡਾ ਵੱਡਾ ਕਾਰੋਬਾਰ ਹੈ ਡਰੱਗਸ ਦਾ, ਇਹਦੇ ਵਿੱਚ billions and billions of rupees are involved। ਐਡੇ ਮੋਟੇ ਤੁਹਾਡੇ ਕੋਲ ਇਨਸੈਂਟਿਵ ਹੈਗੇ ਨੇ ਪੁਲਿਸ ਵਾਲਿਆਂ ਨੂੰ ਖਰੀਦਣ ਲਈ। ਪੁਲਿਸ ਵਾਲੇ ਦੀ ਤਨਖਾਹ ਕੀ ਹੁੰਦੀ ਹੈ, ਜਿਨ੍ਹਾਂ ਨੇ ਇਨਫੋਰਸਮੈਂਟ ਕਰਾਣੀ ਤਨਖਾਹ ਕੀ ਹੁੰਦੀ ਹੈ? ਆ AIG ਲੈਵਲ ਦੇ DIG ਲੈਵਲ ਦੇ ਅਫਸਰ ਤਾਂ ਤੁਹਾਡੇ ਇਨਵੋਲਵ ਹੈਗੇ ਨੇ ਵਿੱਚ। ਸੋ ਤੁਸੀਂ ਕਿਹੜੀ ਪੁਲਿਸਿੰਗ ਕਰਨ ਚੱਲੇ ਹੋ? ਜਿਹੜਾ ਬੰਦਾ ਥੋੜਾ ਬਹੁਤ ਐਕਟਿਵ ਹੋਣ ਦੀ ਕੋਸ਼ਿਸ਼ ਕਰਦਾ ਉਹਦੀਆਂ ਤਾਂ ਤੁਸੀਂ ਡੋਪ ਟੈਸਟਾਂ ਜਾਰੀ ਕਰ ਰਹੇ ਹੋ, ਤੇ ਤੁਸੀਂ ਅਦਰਵਾਈਜ਼ ਯੂ ਆਰ ਨਾਟ ਰੈਡੀ ਟੂ ਟੇਕ ਦ ਐਕਚੁਅਲ ਕਲਪਰੇਟ ਉਟਾ। ਅੱਜ ਇਹ 2-4 ਅਫਸਰਾਂ ਦੇ ਖਿਲਾਫ, ਸੀਨੀਅਰ ਅਫਸਰਾਂ ਦੇ ਖਿਲਾਫ ਕਦੇ ਕਾਰਵਾਈ ਨਹੀਂ ਹੁੰਦੀ। IPS ਅਫਸਰਾਂ ਦੇ ਖਿਲਾਫ, PPS ਸੀਨੀਅਰ ਅਫਸਰਾਂ ਦੇ ਖਿਲਾਫ ਨੋਬਡੀ ਇਜ਼ ਇੰਟਰਸਟਿਡ ਇਨ। ਤੁਸੀਂ ਐਗਜ਼ੈਂਪਲਰੀ ਐਕਸ਼ਨ ਕਦੋਂ ਲਓਗੇ? ਤੁਸੀਂ ਨਹੀਂ ਲੈ ਪਾਏ ਹੋ। ਤੁਸੀਂ ਇੱਕ ਬੜਾ ਵੱਡਾ ਡਰੱਗ ਸਕੈਂਡਲ ਪੰਜਾਬ ਦੇ ਵਿੱਚ 2017-18 ਦੇ ਵਿੱਚ ਅਨਰਥ ਕੀਤਾ, ਉਹ ਰਿਜ਼ਲਟਸ ਕੁਝ ਵੀ ਨਹੀਂ ਹੈਗੇ ਨੇ, ਕਿਉਂਕਿ ਇੱਛਾ ਸ਼ਕਤੀ ਨਹੀਂ। ਸਰਕਾਰਾਂ ਬਦਲ ਗਈਆਂ, ਟੀਮਾਂ ਬਦਲ ਗਈਆਂ। ਇੱਕ STF ਬਣਾਈ ਸੀ 2017 ਦੇ ਵਿੱਚ, ਸਪੈਸ਼ਲ ਟਾਸਕ ਫੋਰਸ, ਉਹ ਤੋਂ ਪਹਿਲਾਂ ਗੱਜ ਵੱਜ ਕੇ ਕੰਮ ਵੀ ਕਰਾਇਆ ਤੇ ਉਸ ਤੋਂ ਬਾਅਦ ਫਿਰ ਵਿੱਚ ਛੱਡ ਕੇ ਉਹ DGP ITBP 'ਚ ਅੱਜ DGP ਹੈਗੇ ਨੇ ਜਿਹੜੇ ਹਰਪ੍ਰੀਤ ਸਿੱਧੂ ਹੈਗੇ ਨੇ। ਸੋ ਦੇਰ ਹੈਜ਼ ਨਾਟ ਬੀਨ ਅ ਪੋਲੀਟੀਕਲ ਵਿਲ। ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂਆਤ ਤਾਂ ਕੀਤੀ ਸੀ, ਬਟ ਅਗੇਨ ਉਹੀ ਫਿਰ ਤੁਸੀਂ ਉਹ ਬੰਦਿਆਂ ਨੂੰ ਫਿਰ ਤਾਕਤ ਦਿਓ, ਫਿਰ ਕੰਮ ਕਰਨ ਦੀ ਸਮਰੱਥਾ ਦਿਓ। ਉਹ ਕੈਪੈਸਿਟੀ ਬਿਲਡਿੰਗ ਤੁਸੀਂ ਕਰਨੀ ਨਹੀਂ। ਜਿਹੜੇ ਅਫਸਰ ਕੰਮ ਕਰਨਾ ਚਾਹੁੰਦੇ ਸੀ ਉਹ ਅੱਜ ਪੰਜਾਬ ਦੇ ਵਿੱਚ ਐਗਜ਼ਿਸਟ ਨਹੀਂ ਕਰਦੇ। ਸਾਰੇ ਦੇ ਸਾਰੇ ਜਿਹੜੇ ਵੱਡੇ ਹਾਈ ਪ੍ਰੋਫਾਈਲ ਕੇਸਿਸ ਅੱਜ ਤੁਸੀਂ ਵਿੱਚ ਲਟਕਦੇ ਛੱਡਤੇ ਨੇ, ਉਹ ਅਦਾਲਤਾਂ ਦੇ ਵਿੱਚ ਲਟਕ ਰਹੇ ਨੇ। ਹੁਣ ਜਿਹੜਾ ਅਜਿਹਾ ਅਫਸਰ ਜਾਂ ਜਿਹੜਾ ਅਜਿਹਾ ਡਰੱਗ ਦਾ ਪੈਡਲਰ, ਰੋਂਦੇ ਦੱਸਾਂ ਕਿ ਨੇ ਪੰਜਾਬ ਪੁਲਿਸ ਦੇ ਅਫਸਰ ਜਿਹੜੇ ਕੰਮ ਕਰਨਾ ਚਾਹੁੰਦੇ ਨੇ, ਜਦੋਂ ਅਦਾਲਤਾਂ ਦੇ ਵਿੱਚ ਖੜੇ ਹੁੰਦੇ ਨੇ ਨਾ, ਜਿਹੜਾ 15-15 20-20 ਲੱਖ ਇੱਕ ਤਰੀਕ ਭੁਗਤਣ ਦਾ ਵਕੀਲ ਇੱਕ ਜਿਹੜੀ ਪੇਸ਼ੀ ਦੀ ਫੀਸ ਲੈਂਦਾ ਨਾ, ਸਾਹਮਣੇ ਉਹ ਖੜਾ ਹੁੰਦਾ ਹੈ। ਤੇ ਇੱਧਰ ਸਾਡੇ ਪੰਜਾਬ ਦੇ AG ਆਫਿਸ ਦੇ ਜਿਹੜੇ ਸਿਫਾਰਸ਼ੀ ਲੀਡਰਾਂ ਦੇ ਬੱਚੇ ਤੇ ਮੁੰਡੇ ਕੁੜੀਆਂ ਜਿਹੜੇ ਸਿਫਾਰਸ਼ੀ ਭਰ ਕੇ ਬਿਠਾਏ ਹੋਏ ਨੇ, ਦਿਸ ਇਜ਼ ਸਟੇਟ ਵਰਸਸ ਅ ਸਮਗਲਰ। ਇੱਕ ਸਮਗਲਰ ਲਈ ਸੁਪਰੀਮ ਕੋਰਟ ਦਾ ਵਕੀਲ ਆਏਗਾ ਟੌਪ ਦਾ, ਜਿਹੜਾ 15 ਲੱਖ ਰੁਪਏ ਇੱਕ ਆਪਣੀ ਪੇਰੈਂਟਸ ਦੇ ਲੈ ਰਿਹਾ, ਬਿਕੋਜ਼ ਦੇ ਹੈਵ ਦੋਜ਼ ਰਿਸੋਰਸਿਸ। ਤੇ ਸਾਡੇ ਇੱਥੇ ਸਿਫਾਰਸ਼ੀਆਂ ਦੀ ਫੌਜ ਭਰਤੀ ਕੀਤੀ ਹੋਈ ਹੈ ਜਿਨ੍ਹਾਂ ਨੇ ਕਾਹਦਾ ਡਿਫੈਂਡ ਕਰਨਾ। ਸੋ ਹਾਊ ਵਿਲ ਯੂ ਕੇਸਿਸ ਸਸਟੇਨ? ਸੋ ਇਹ ਤਾਂ ਥੱਲਿਓਂ ਦੀ ਪੂਰਾ ਦਾ ਪੂਰਾ ਇਟਸ ਅ ਰੋਟਨ ਸਿਸਟਮ ਵਿਚ ਇਜ਼, ਇਹਨੂੰ ਓਵਰਹੌਲਿੰਗ ਦੀ ਲੋੜ ਹੈ। ਆ ਬਲੂਪ੍ਰਿੰਟ ਕੁਝ ਨਹੀਂ ਚੱਲ ਰਿਹਾ। ਐਂਡ ਭਗਵੰਤ ਮਾਨ ਜਸਟ ਗੈਟ ਹਿਜ਼ ਐਕਟ ਟੂਗੈਦਰ, ਗੈਟ ਯੋਰ ਐਕਟ ਟੂਗੈਦਰ। ਤੁਹਾਡੇ ਆਫਿਸਰ, ਤੁਹਾਡੀ ਬਿਊਰੋਕ੍ਰੇਸੀ, ਯੂ ਡੋਂਟ ਹੈਵ ਦੋਜ਼ ਦ ਮਟੀਰੀਅਲ, ਤੁਹਾਡੇ 'ਚੋਂ ਦਮ ਹੀ ਨਹੀਂ ਹੈਗਾ ਕਿ ਤੁਸੀਂ ਕਰ ਸਕੋ, ਤੁਹਾਡੇ 'ਚ ਇੱਛਾ ਸ਼ਕਤੀ ਵੀ ਨਹੀਂ ਹੈਗੀ ਹੈ। ਸਿਰਫ ਗੱਲਾਂ ਬਾਤਾਂ ਦੇ ਨਾਲ ਇਹ ਸਮੱਸਿਆ ਦਾ ਹੱਲ होना नहीं है। वो कहते हैं ना, जब मुहाफिज कातिल बन जाए तो फिर कोई क्या कर सकता है। बिल्कुल, ये वही हुआ है सिचुएशन पंजाब में। यहाँ पे एक सवाल बनता है, क्योंकि आपकी बातों से मुझे लगा, जो भी मैंने भी पढ़ा है पहले, जैसे जब उड़ता पंजाब मूवी आई थी 2016 में, तब जो गवर्नमेंट थी सैड बादल की, शिरोमणि अकाली दल बादल की जो गवर्नमेंट थी, तब उन लोगों ने बोला था कि भाई हमें बदनाम करने के लिए उसके साथ, क्योंकि बीजेपी के साथ अलायंस में थे, बीजेपी ने भी बोला था कि भाई हमें बदनाम करने के लिए जो है मूवी बनाया गया है, इट्स पार्ट ऑफ अ लार्जर कॉन्स्पिरेसी। अब आई है कोहरा करके एक सीरीज़, इस पर भी ओपियोइड क्राइसिस पे वो दिखाया गया है। कैट करके एक और आया था सीरीज़, उसमें भी दिखाया गया था। तो अब भी वही बातें हो रही हैं। तो हर बार जब ऐसा कुछ निकलता है या पंजाब के ड्रग प्रॉब्लम के बारे में बाहर बात होती है, तो लोग कहने लगते हैं स्टेट के अंदर जो पॉलिटिशियंस है या चाहे कोई और हैं कि भाई हमें बदनाम किया जा रहा है। तो ये छुपाने के लिए, जैसे आपने वो कहा कि वो उनका वो डोप रिपोर्ट दे दिया बाहर कि भाई हम एक्सपोज हो गए तो फिर हम उनको दिखा देंगे कि भाई ये तो कॉम्प्रोमाइज़ बंदा है। तो इज्जत बचाने के लिए क्या ये चीज़ें होती हैं कि भाई हमें हमारी बदनामी ना हो, इसको रोकने के लिए हम इस पर बात ही नहीं करेंगे? तो आपको लगता है कि ये वजह है? एक ये बड़ा इंपॉर्टेंट क्वेश्चन है मनी जी। देखो, बदनामी मतलब समस्या ਤੁਹਾਡੇ ਸਾਹਮਣੇ ਹੈ, ਇਟ ਇਜ਼ ਸਟੇਰਿੰਗ ਯੂ ਇਨ ਦ ਆਈ। ਬਦਨਾਮੀ ਦਾ ਕਿਹੜਾ ਵਿਸ਼ਾ ਹੈ? ਤੇ ਕੱਲਾ ਪੰਜਾਬ ਨਹੀਂ ਹੈ, ਠੀਕ ਹੈ। ਇੱਕ ਉੜਤਾ ਪੰਜਾਬ ਦੇ ਉੱਤੇ ਫਿਲਮ ਬਣ ਗਈ। ਪੰਜਾਬ ਬਾਰਡਰ ਸਟੇਟ ਹੈ, ਪੰਜਾਬ ਦੇ ਵਿੱਚ ਟਰਬਲ ਰਹੀ ਹੈ, ਪੰਜਾਬ ਤੇ ਹਜੇ ਵੀ ਜਿਹੜੇ ਜ਼ਖਮ ਰਹੇ ਹੈਗੇ ਨੇ। ਐਂਡ ਓਵਰ ਈਅਰਸ ਪੰਜਾਬ ਹੈਜ਼ ਫੈਲਟ ਦੈਟ ਹੀਟ।
ਉਹ ਹਲੇ ਕਰੈਕਸ਼ਨਸ ਹੋ ਨਹੀਂ ਪਾਈਆਂ। ਦੇਰ ਵਾਸ ਨੈਵਰ what you call a closure to what the Punjab's wounds have been। ਉਹ ਸਾਰੀ ਫਾਲਟ ਲਾਈਨਸ ਚੱਲਦੀਆਂ ਪਈਆਂ ਨੇ। ਫਿਰ ਆ ਜਾਂਦਾ ਨਾਰਕੋ ਟੈਰਰਿਜ਼ਮ, ਜਿਸ ਦੇ ਵਿੱਚ ਫਰੋਮ ਅਕ੍ਰੋਸ ਦ ਬਾਰਡਰ, ਹਾਂ, ਐਂਡ ਉਹਦੇ ਵਿੱਚ ਮੁਨਾਫਾ ਬੜੀ ਵੱਡੀ ਖੇਡ ਹੈਗੀ ਹੈ। ਉਹਦੇ 'ਚ ਇਹ ਨਾ ਕਹੀ ਕਿ ਚਲੋ ਪਾਕਿਸਤਾਨ ਹੈ ਮੁਲਕ ਹੈ, ਉਹਨਾਂ ਦੀ ਆਪਣੇ ਮਨਸੂਬੇ ਹੈਗੇ ਨੇ। ਉਹਨਾਂ ਨੇ ਆਪਣੀ ਜਿਹੜੀ ਪੂਰੀ ਦੀ ਪੂਰੀ ਟੈਰਰਿਜ਼ਮ ਦੇ ਆਪਰੇਸ਼ਨਸ ਨੂੰ ਫਿਊਲ ਤੇ ਫੰਡ ਕਰਨਾ ਹੈ, ਉਹ ਨਸ਼ੇ ਦੀ ਸਪਲਾਈ ਦੇ ਨਾਲ ਕਰਨਾ ਹੈ। ਪਹਿਲਾਂ ਬਾਰਡਰ ਤੋਂ ਸਿੱਟ ਦਿਆ ਕਰਦੇ ਸੀਗੇ, ਠੀਕ ਹੈ ਨਾ, ਹੁਣ ਡਰੋਨਸ ਦੇ ਜ਼ਰੀਏ ਬਿਲਕੁਲ ਨਾਰਕੋ ਟੈਰਰਿਜ਼ਮ ਹੋ ਰਿਹਾ ਹੈ। ਹੁਣ ਗੁਜਰਾਤ ਦੇ ਪੋਰਟਸ ਤੋਂ 500 ਕਿਲੋ 3000 ਕਿਲੋ ਆ ਰਿਹਾ। पोर्ट में कितनी बार ऐसा ਕਾਂਡਲਾ ਪੋਰਟ, ਮੁੰਦਰਾ ਪੋਰਟ, ਅਡਾਨੀ ਦਾ ਜਿਹੜਾ ਪੋਰਟ ਹੈ, ਸਲਾਇਆ ਪੋਰਟ, ਪੰਜਾਬ ਦੇ ਨਾਲ ਲਿੰਕਡ ਕੇਸਿਸ ਨੇ। ਹਾਲਾਂਕਿ ਆਪਾਂ ਗਹਿਰਾਈ ਜਾ ਨਹੀਂ ਸਕਦੇ, ਲੇਕਿਨ ਇਹ ਬਹੁਤ ਲਿੰਕਡ ਕੇਸਿਸ ਹੈਗੇ ਨੇ। ਸੋ ਡਰੱਗਸ ਤਾਂ ਭਰੀ ਜਾ ਰਹੀ ਹੈਗੀ ਹੈ, ਤੇ ਇਕੱਲੇ ਪੰਜਾਬ 'ਚ ਨਹੀਂ ਭਰੀ ਜਾ ਰਹੀ। ਮਨੀ ਯੂ ਵੁੱਡ ਬੀ ਸਰਪ੍ਰਾਈਜ਼ਡ ਕਿ ਪੰਜਾਬ ਤੋਂ ਇਲਾਵਾ ਇਸ ਵਕਤ ਹਿਮਾਚਲ ਪ੍ਰਦੇਸ਼ ਐਂਡ ਹਰਿਆਣਾ ਨਸ਼ੇ ਦੇ ਚਪੇਟ ਦੇ ਵਿੱਚ ਬੁਰੀ ਤਰ੍ਹਾਂ ਆ ਚੁੱਕੇ ਨੇ। ਇਕੁਅਲੈਂਟ ਐਟ ਪਾਰ ਵਿਦ ਪੰਜਾਬ। ਪੰਜਾਬ ਤਾਂ ਬਦਨਾਮ ਹੈ, ਪੰਜਾਬ ਫੋਕਸ ਦੇ ਵਿੱਚ ਹੈ, ਪੰਜਾਬ ਦਾ ਇੱਕ ਨੈਰੇਟਿਵ ਹੈ, ਹਿਮਾਚਲ ਦਾ ਨੈਰੇਟਿਵ ਨਹੀਂ ਹੈ। ਹਿਮਾਚਲ ਦੇ ਵਿੱਚ ਚਿੱਟਾ ਇਸ ਵਕਤ ਤੁਸੀਂ ਜਾ ਕੇ ਹਿਮਾਚਲ 'ਚ ਕਿਸੇ ਤੋਂ ਪੁੱਛੋ ਜਿਸ ਨੂੰ ਪਤਾ ਹੈ ਜ਼ਮੀਨੀ ਹਕੀਕਤ ਦਾ, ਜਿਸ ਨੂੰ ਹਰਿਆਣੇ 'ਚ ਪਤਾ ਹੈ, ਗੱਲਾਂ ਉੱਥੇ ਹੋ ਰਹੀਆਂ, ਉੱਥੇ ਇਸ਼ੂ ਬਣਦੇ ਨਹੀਂ, ਕਿਉਂਕਿ ਸਾਡੇ ਪੰਜਾਬ 'ਚ ਪੋਲੀਟਿਕਸ ਬਹੁਤ ਹੋ ਗਈ। ਰਾਹੁਲ ਗਾਂਧੀ ਆ ਗਏ, ਉਹਨਾਂ ਨੇ ਪੰਜਾਬ 'ਚ ਨਸ਼ੇ ਦੀ ਗੱਲ ਚੱਕਤੀ, ਅਕਾਲੀਆਂ ਦੀ ਗੱਲ ਤਾਂ ਉਹਨਾਂ ਨੇ ਠੀਕ ਚੱਕੀ, ਲੇਕਿਨ ਉਹਦਾ ਪੋਲੀਟੀਕਲ ਨੈਰੇਟਿਵ ਐਸਾ ਡਿਵੈਲਪ ਹੋਇਆ, ਉਸ ਤੋਂ ਬਾਅਦ ਨਸ਼ਾ 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 ਨਸ਼ਾ, ਤੇ 15 ਸਾਲ ਦੀ ਪੋਲੀਟਿਕਸ ਤੋਂ ਬਾਅਦ ਪਰਨਾਲਾ ਉੱਥੇ ਦਾ ਉੱਥੇ ਹੀ, ਨੈਟ ਰਿਜ਼ਲਟ 0, ਐਂਡ ਨਸ਼ਾ ਉੱਥੇ ਦਾ ਉੱਥੇ ਹੀ, ਐਂਡ 1.5 decade lost in the political battles hinged on this drug issue without actually finding any solution to it. That is Punjab. But in the meantime 15 ਸਾਲਾਂ 'ਚ ਹੋਇਆ ਕੀ ਹੈ, it has spread, ਕਿਉਂਕਿ ਨਸ਼ੇ ਦੇ ਤਸਕਰ ਨੂੰ ਮੰਡੀ ਚਾਹੀਦੀ ਹੈ। ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਨਸ਼ੇੜੀ ਚਾਹੀਦਾ ਹੈ, ਐਡਿਕਟ ਚਾਹੀਦਾ ਹੈ, ਉਸ ਨੂੰ ਹਰਿਆਣਾ ਦੇ ਵਿੱਚ ਵੀ ਐਡਿਕਟ ਚਾਹੀਦਾ ਹੈ। ਸੋ ਦੈਟ ਇਜ਼ ਹਾਊ ਦੇ ਹੈਵ ਪੈਨੀਟ੍ਰੇਟਡ। ਇਹ ਰਾਜਾਂ ਦੀ ਗੱਲ ਨਹੀਂ ਹੁੰਦੀ, ਪੰਜਾਬ ਦੀ ਗੱਲ ਕਰਤੀ ਜਾਂਦੀ ਹੈ, ਬਦਨਾਮ ਕਹਿ ਲਓ, ਜੋ ਮਰਜ਼ੀ ਕਹਿ ਲਓ, ਬਟ ਇਕੁਅਲ ਲੈਵਲ ਦੇ ਉੱਤੇ ਇਸ ਵਕਤ ਹਰਿਆਣਾ ਦਾ ਨੌਜਵਾਨ ਚਿੱਟੇ ਦੀ ਗਰਦ ਦੇ ਵਿੱਚ ਹੈ। ਤੁਸੀਂ ਚੈੱਕ ਕਰਵਾ ਲਿਓ ਕਿਤੋਂ, ਯੂ ਕੈਨ ਚੈੱਕ ਇਟ ਫਰੋਮ ਯੋਰ ਓਨ ਸੋਰਸਿਸ, ਐਂਡ ਹਿਮਾਚਲ ਪ੍ਰਦੇਸ਼ ਇਜ਼ ਇਕੁਅਲੀ ਇਨ ਟਰਬਲ। ਕੋਈ ਛੋਟੇ ਲੈਵਲ ਤੇ ਉਹਨਾਂ ਦੀ ਨਹੀਂ, ਕਿਉਂਕਿ ਉਹ ਨਵੀਆਂ ਮੰਡੀਆਂ ਸੀ, ਉਹ ਨਵੇਂ ਹਿੰਟਰਲੈਂਡ ਸੀਗੇ। ਹਿਮਾਚਲ ਦੇ ਵਿੱਚ ਤਾਂ ਪਹਿਲਾਂ ਚਰਸ ਹੋਇਆ ਕਰਦੀ ਸੀ, ਇਟ ਯੂਜ਼ਡ ਟੂ ਬੀ ਮਲਾਣਾ ਤੋਂ ਜਿਹੜੀ ਚਰਸ, ਐਂਡ ਦਿਸ ਵਾਸ ਮੋਰ ਆਫ ਅ ਸਾਈਕੋਟ੍ਰੋਪਿਕ ਡਰਗ, but now they are into chitta. This is what you call hardcore narcotics, MDMA ਆ ਰਿਹਾ, ecstasy ਆ ਰਹੀ ਹੈ, ਹੈਰੋਇਨ ਆ ਰਹੀ ਹੈ। ਸੋ ਹੁਣ ਤਾਂ ਉਹ ਚੀਜ਼ਾਂ ਆ ਗਈਆਂ, ਐਂਡ ਦੈਨ ਕਾਕਟੇਲਸ ਆਫ ਉਹਨਾਂ ਨੂੰ ਜਿਹੜਾ ਕੱਟ ਕਰਕੇ ਤੁਸੀਂ ਉਹਨਾਂ ਦੇ ਹੋਰ ਕਟਿੰਗ ਏਜੰਟਸ ਪਾ ਪੂ ਕੇ ਉਹਨੂੰ ਹੋਰ ਡਾਇਲਿਊਟ ਕਰ ਦਿੰਦੇ ਹੋ, ਲੇਕਿਨ ਮਤਲਬ ਵੈਸੇ ਹਾਈ ਕਰ ਦਿੰਦੇ ਹੋ, ਲੇਕਿਨ ਡਾਇਲਿਊਟ ਕਰ ਦਿੰਦੇ, ਜਿਹਦੇ ਨਾਲ ਓਵਰਡੋਜ਼ ਹੁੰਦੀਆਂ ਨੇ। ਹਿਮਾਚਲ 'ਚ ਵੀ ਹੋ ਰਿਹਾ, ਹਰਿਆਣਾ 'ਚ ਵੀ ਹੋ ਰਿਹਾ। ਸੋ ਜਿਹੜੀ ਬਦਨਾਮੀ ਦਾ ਤੁਸੀਂ ਕੁਐਸਚਨ ਪੁੱਛਿਆ ਸੀ, ਬਦਨਾਮੀ ਤਾਂ ਕੋਈ ਇਸ਼ੂ ਨਹੀਂ ਹੈਗਾ। ਉਹ ਤਾਂ ਹੀ ਗੱਲ ਹੋ ਗਈ, ਜਿਵੇਂ ਮਨੀਪੁਰ ਦੇ ਚਰਚਾ ਕੀਤਾ ਸੀ, ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਜ਼ਿਆਦਾ ਚਿੰਤਾ ਸੀ ਕਿ ਯਾਰ ਅਸੀਂ ਬਦਨਾਮ ਹੋ ਗਏ ਦੁਨੀਆ 'ਚ। ਤੁਹਾਡੇ ਸਾਹਮਣੇ ਬੱਚੀਆਂ ਦੇ, ਮਹਿਲਾਵਾਂ ਦੇ ਬਲਾਤਕਾਰ ਹੋਏ ਹੈ ਨਾ, ਤੁਹਾਡੇ ਸਾਹਮਣੇ ਬੱਚੇ ਨਸ਼ੇ ਦੀ ਓਵਰਡੋਜ਼ਾਂ ਕਰਕੇ ਮਰ ਰਹੇ ਨੇ, ਟੀਵੀ ਦੇ ਉੱਤੇ ਵੀਡੀਓ ਬਣ ਰਹੀਆਂ ਨੇ, ਫਿਰ ਅਸੀਂ ਕਿਹੜੇ ਨਾਂ ਦੀ ਗੱਲ ਕਰਦੇ ਪਏ? ਵਾਟ ਯੂ ਵਾਂਟ ਟੂ ਪ੍ਰੋਜੈਕਟ? ਆ ਹੁਣ 5-5 6 700 ਕਰੋੜ ਭਗਵੰਤ ਮਾਨ ਜੀ ਇਸ਼ਤਿਹਾਰ ਦਿੰਦੇ ਨੇ, ਤੋ ਦੇ ਆਰ ਟ੍ਰਾਈਂਗ ਟੂ ਡੂ ਐਨ ਇਮੇਜ ਮੈਨੇਜਮੈਂਟ, ਰੈਪੂਟੇਸ਼ਨ ਤੇ ਆਪਣੀ ਇਮੇਜ ਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਬਟ ਬੋਲੋ ਸਾਡੀ ਅਨਫੋਰਚੂਨੇਟ ਚੀਜ਼ ਹੈ ਕਿ ਸਰਕਾਰਾਂ ਦਾ ਪੂਰਾ ਫੋਕਸ ਇਹੀ ਹੈ ਕਿ ਸਾਡੀ ਬਦਨਾਮੀ ਹੋ ਰਹੀ ਹੈ। ਬਦਨਾਮੀ ਨਹੀਂ, ਇਹ ਪ੍ਰੋਬਲਮ ਐਕਚੁਅਲ ਐਟ ਹੈਂਡ ਹੈਗੀਆਂ ਨੇ। ਸਾਡੇ ਵਿਜ਼ਨਲੈਸ ਪੋਲੀਟੀਸ਼ੀਅਨਸ ਆਫ ਆਲ ਦ ਹਿਊਜ਼ ਐਂਡ ਕਲਰਸ, ਅਕਾਲੀ ਸਭ ਤੋਂ ਜ਼ਿਆਦਾ ਪੱਠਾ ਅਕਾਲੀਆਂ ਨੇ ਬਿਠਾਇਆ, ਐਂਡ ਈਵਨ ਕਾਂਗਰਸ ਵਰ ਨਾਟ ਬਿਹਾਈਂਡ। ਹਾਂ ਬਿਲਕੁਲ। ਐਂਡ ਆਮ ਆਦਮੀ ਪਾਰਟੀ ਹਜੇ ਤਾਂ ਚਲੋ ਟਾਈਮ ਦੱਸੇਗਾ, ਇਹਨਾਂ ਦਾ ਸ਼ੁਰੂਆਤ ਹੈ, ਬਟ ਰਾਈਟ ਨਾਓ ਦੇ ਹੈਵ ਅ ਗੋਲਡਨ ਓਪਰਚੁਨਿਟੀ ਕਿ ਜੇ ਆਪਣੇ ਆਪ ਨੂੰ ਕਹਿੰਦੇ ਨੇ ਕਿ ਵੀ ਆਰ ਪਾਰਟੀ ਵਿਦ ਅ ਡਿਫਰੈਂਸ, ਵੀ ਆਰ ਗਵਰਨਮੈਂਟ ਵਿਦ ਅ ਡਿਫਰੈਂਸ, ਸੋ ਦੇ ਨੀਡ ਟੂ ਗੈਟ ਦ ਰਾਈਟ ਪੀਪਲ ਟੂ ਡੂ ਦ ਰਾਈਟ ਜੌਬ। ਇਹਨਾਂ ਨੂੰ ਹਜੇ ਤੱਕ ਤਾਂ ਉਹ ਹੀ ਨਹੀਂ ਸਮਝ ਆਈ ਸਾਡੇ ਨਾਲ ਬੰਦਿਆਂ ਨੇ ਕੰਮ ਕਿਹਨੇ ਕਰਨਾ। 4 ਅਫਸਰ ਪਾਠ ਪੜ੍ਹਾ ਦਿੰਦੇ ਨੇ ਤੇ ਮੁੱਖ ਮੰਤਰੀ ਸਪੀਚ ਦੇ ਵਿੱਚ ਬੋਲ ਦਿੰਦੇ ਨੇ ਤੇ ਨਸ਼ਾ ਹਟ ਗਿਆ। 5 ਸਾਲ ਬਾਅਦ ਉੱਥੇ ਦਾ ਉੱਥੇ ਪ੍ਰਣਾਲਾ ਹੋਏਗਾ। ਇਹ ਬਹੁਤ ਵੱਡੇ ਮਾਫੀਆ ਨੇ, ਨਸ਼ੇ ਦੇ ਬਹੁਤ ਵੱਡੇ ਡਰੱਗ ਮਾਫੀਆ ਜਿਹੜੇ ਇਸ ਵਕਤ ਪੰਜਾਬ 'ਚ ਆਪਰੇਟ ਕਰਦੇ ਨੇ ਜਾਂ ਦੇਸ਼ 'ਚ ਆਪਰੇਟ ਕਰਦੇ ਨੇ। ਕੱਲੀ ਪੰਜਾਬ ਦੀ ਪ੍ਰੋਬਲਮ ਨਹੀਂ, ਇਟ ਇਜ਼ ਇੰਟਾਇਰ ਨਾਰਥ ਇੰਡੀਆ। ਨਾਰਕੋ ਟੈਰਰਿਜ਼ਮ ਦਾ ਬੜਾ ਵੱਡਾ ਟਾਰਗੇਟ ਹੈ ਪੂਰਾ ਦਾ ਪੂਰਾ ਨਾਰਥ ਇੰਡੀਆ। ਐਵੇਂ ਨਹੀਂ ਨਾ ਜਾ ਕੇ ਅਮਿਤ ਸ਼ਾਹ ਨੂੰ ਇੱਕ ਨਾਰਕੋਟਿਕਸ ਕੰਟਰੋਲ ਬਿਊਰੋ ਦੀ ਬ੍ਰਾਂਚ ਅੰਮ੍ਰਿਤਸਰ 'ਚ ਖੋਲ੍ਹਣੀ ਪੈ ਰਹੀ ਹੈ। ਇਫ ਪੰਜਾਬ STF ਵਰ ਇਫੈਕਟਿਵ, ਪੰਜਾਬ ਗਵਰਨਮੈਂਟਸ ਵਰ ਇਫੈਕਟਿਵ, ਵਿਚ ਦੇ ਕੁਡ ਹੈਵ ਬੀਨ, ਬਟ ਉਹਨਾਂ ਦੀ ਉਹ ਵਿਲ ਨਹੀਂ ਸੀ। ਵੀ ਗੱਲਾਂ ਕਰਨ ਨੂੰ ਤਾਂ ਸਾਡੀ ਵਿਲ ਹੈਗੀ, ਬਟ ਵੈਨ ਯੂ ਵਾਂਟ ਟੂ ਡਿਲੀਵਰ ਦ ਰਿਜ਼ਲਟਸ ਯੂ ਆਰ ਨੋਵੇਅਰ। ਸੋ ਅੱਜ ਸੈਂਟਰ ਆ ਰਹੀ ਹੈ ਵਿੱਚ, ਸੈਂਟਰ ਹੈਜ਼ ਟੂ ਕਮ ਇਨ। ਦੇ ਰੀਅਲਾਈਜ਼ ਕਿ ਉਹਨਾਂ ਦਾ ਐਂਗਲ ਕੁਛ ਹੋਰ ਹੈ। ਮੇਬੀ ਦੇ ਆਰ ਲੈਸ ਵਰਿਡ ਅਬਾਊਟ ਡਰੱਗਸ, ਦੇ ਆਰ ਮੋਰ ਵਰਿਡ ਅਬਾਊਟ ਟੈਰਰਿਜ਼ਮ। ਉਹਨਾਂ ਦਾ ਇੱਕ ਉਹ ਨੈਸ਼ਨਲ ਸਿਕਿਉਰਿਟੀ ਦੇ ਐਂਗਲ ਨੂੰ ਇਸ ਪ੍ਰੋਬਲਮ ਨੂੰ ਲੈ ਰਹੇ ਨੇ, ਬਿਕੋਜ਼ ਉਹ ਲਿੰਕਡ ਹੈਗੀਆਂ। ਨਾਰਕੋ ਟੈਰਰਿਜ਼ਮ ਇਜ਼ ਦ ਲਿੰਕਡ ਹੈ, ਬਟ ਸਟਿਲ ਦੇ ਵਾਂਟ ਟੂ ਸੋਰਟ ਇਟ ਆਊਟ।
ਬਟ ਤੁਸੀਂ ਹੁਣ ਕਿਵੇਂ ਕਰੋਗੇ? ਹਾਊ विल यू वर्क विद दिस काइंड ऑफ माइंडसेट? दैट्स अ बिग चैलेंज। मान साहब ने जैसे कहा अपने स्पीच में, देखिए पंजाब के लोग तो बड़े दिलेर हैं, हम फौज में भी है, वी आर द स्वॉर्ड आर्म ऑफ इंडिया, लेकिन नशेड़ियों का स्टेट ऐसा एक इमेज बन गया है पंजाब का, तो इसको तोड़ना है, वो अपनी स्पीच में कर रहे थे, वही बदनामी वाली बात। इसमें एक सवाल पैदा होता है कि जैसे आपने कहा कि पंजाब का जो लोकेशन है वो गोल्डन क्रेसेंट में पड़ता है जी, कि ईरान, अफ़गानिस्तान, पाकिस्तान, वहाँ से तस्करी होती है, ड्रग्स आता है, तो इसका हवाला दिया जाता है, भाई देखिए ये तो उधर से हो रहा है, हम क्या कर सकते हैं एक लेवल के आगे। तो क्या एक जिम्मेदारी से पीछा छुड़ाना भी एक हो गया है कि भाई पाकिस्तान का नाम ले लीजिए, अफ़गानिस्तान का नाम लीजिए, अपनी जिम्मेदारी से जो है आप पड़े हट जाएं, लेकिन अब के स्टेट एडमिनिस्ट्रेशन के बारे में कोई पार्टी बात नहीं करना चाह रही है। तो क्या ये भी एक वजह है कि भाई हमेशा एक एक्सटर्नल फैक्टर्स हम ढूंढते हैं, या फिर एक्सटर्नल लोग जो हमारे स्टेट को बदनाम कर रहे हैं? तो इसी में पूरा टाइम निकल जा रहा है और एक्चुअल जो है, जो मीनिंगफुल चीज़ें हैं वो कह ही नहीं रहा है। ਬਿਲਕੁਲ ਤੁਹਾਡੀ ਕਰੈਕਟ ਆਬਜ਼ਰਵੇਸ਼ਨ ਹੈ ਵੀ ਜਿਹੜੀ ਐਕਚੁਅਲ ਕਰਨ ਵਾਲੀਆਂ ਚੀਜ਼ਾਂ ਹੈਗੀਆਂ ਨੇ ਉਹ ਕੀਤੀਆਂ ਨਹੀਂ ਜਾ ਰਹੀਆਂ। ਤੁਸੀਂ ਇੱਕ ਦੂਸਰੇ ਤੇ ਬਲੇਮ ਪਾਈ ਚੱਲੋ। ਹੁਣ ਕੁਝ ਸਮਾਂ ਆਇਆ ਪੰਜਾਬ ਦੇ ਵਿੱਚ, ਉਹ ਕਹਿੰਦੇ ਜੀ BSF ਕੋਲ ਬਾਰਡਰ ਦੀ ਜ਼ਿੰਮੇਵਾਰੀ ਹੈ, ਨਸ਼ਾ ਕਿੱਥੋਂ ਆ ਜਾਂਦਾ ਹੈ? ਮਤਲਬ BSF ਦੀ ਇਨਵੋਲਵਮੈਂਟ ਹੈ, ਸੈਂਟਰਲ ਮਤਲਬ ਸਟੇਟ ਸੈਂਟਰ ਨੂੰ ਕਹੀ ਜਾ ਰਹੀ ਹੈ ਤੁਹਾਡੀ ਏਜੰਸੀਆਂ ਨੇ ਜੀ ਬਾਰਡਰ ਸਿਕਿਉਰਿਟੀ ਸਾਡੀ ਨਹੀਂ ਹੈ। ਚਲੋ ਨਸ਼ਾ ਆ ਗਿਆ, BSF ਦੀ ਮੰਨ ਲਈ, ਹੁਣ ਵਿਕ ਕਿੱਥੋਂ ਰਿਹਾ, ਕੌਣ ਵੇਚ ਰਿਹਾ? ਲੇਕਿਨ ਇਹ ਬਲੇਮ ਗੇਮ ਇਜ਼ ਨਾਟ ਅ ਸੋਲੂਸ਼ਨ, ਇਹ ਕਦੇ ਵੀ ਸੋਲੂਸ਼ਨ ਨਹੀਂ ਰਿਹਾ। ਮੈਂ ਜਿਵੇਂ ਜ਼ਿਕਰ ਕੀਤਾ, ਗੁਜਰਾਤ ਦੇ ਪੋਰਟਸ ਤੋਂ ਇੱਕ ਨਵਾਂ ਰੂਟ ਡਿਵੈਲਪ ਕੀਤਾ ਗਿਆ। ਯੂ ਵਿਲ ਬੀ ਸਰਪ੍ਰਾਈਜ਼ਡ ਕਿ 5 7 10 ਪੈਕੇਟ ਭੇਜੇ ਜਾ ਸਕਦੇ ਸੀ, ਕਿੰਨੇ ਕੁ ਡਰੋਨ ਤੁਸੀਂ ਭੇਜ ਲਓਗੇ, ਹੈ ਨਾ? 2 4 5 100 ਕਿਲੋ, 50 60 ਕਿਲੋ ਵੀ ਅਕ੍ਰੋਸ ਦ ਬਾਰਡਰ ਭੇਜਣਾ ਬਹੁਤ ਵੱਡਾ ਜ਼ੋਖਿਮ ਹੈ। ਗੁਜਰਾਤ ਦੇ ਪੋਰਟਸ ਤੋਂ 500 ਕਿਲੋ 500 ਕਿਲੋ ਦੀ ਕੰਸਾਈਨਮੈਂਟ 2020 ਦੇ ਵਿੱਚ, ਜਿਹੜਾ 2018 ਦੇ ਵਿੱਚ ਸਲਾਇਆ ਪੋਰਟ ਦਾ ਕੇਸ ਹੋਇਆ ਸੀ, 500 ਕਿਲੋ ਆਇਆ, ਵਿੱਚ ਪੰਜਾਬ ਦੇ ਜਿਹੜੇ ਬੇਸਿਕ ਸਮਗਲਰ ਬੈਠੇ ਨੇ, ਆਸਟ੍ਰੇਲੀਆ ਬੇਸਡ, ਇਟਲੀ ਬੇਸਡ, ਜਿਹੜੇ ਵੱਡਾ ਰਿੰਗ ਚਲਾਉਂਦੇ ਨੇ, ਉਹ ਪੂਰਾ ਦਾ ਪੂਰਾ 500 ਕਿਲੋ ਦਾ ਜਿਹੜਾ ਮਾਲ ਸੀ ਉਹ ਪੰਜਾਬ, ਹਿਮਾਚਲ, ਜੰਮੂ ਕਸ਼ਮੀਰ ਇਸ ਏਰੀਏ ਦੇ ਵਿੱਚ ਆਇਆ ਥਰੂ ਗੁਜਰਾਤ ਪੋਰਟ। ਉਸ ਤੋਂ ਬਾਅਦ 2020-21 ਦੇ ਵਿੱਚ ਮੁੰਦਰਾ ਪੋਰਟ ਦੀ ਜਿਹੜੀ 3000 ਕਿਲੋ, ਬਿਲਕੁਲ 3000 ਕਿਲੋ ਹੈਰੋਇਨ ਫੜੀ ਗਈ। ਹੁਣ ਲੋਕ ਤਾਂ ਕਹਿੰਦੇ ਦੇਖੋ ਸਾਡੇ ਵੀ, ਦੇਖੋ ਦੈਟ ਇਜ਼ ਹਾਊ ਵੀ ਮਿਸਲੀਡ ਦਾ। ਉਹ ਕਹਿੰਦੇ ਅਡਾਨੀ ਦੇ ਪੋਰਟ ਤੋਂ ਫੜਾ ਗਿਆ। ਅਬ ਪੋਰਟ ਅਡਾਨੀ ਦਾ ਹੈ, ਇਟ ਇਜ਼ ਅ ਪ੍ਰਾਈਵੇਟ ਪੋਰਟ, ਲਾਈਕ ਅ ਪ੍ਰਾਈਵੇਟ ਏਅਰਪੋਰਟ। ਲੇਕਿਨ ਕੰਸਾਈਨਮੈਂਟਾਂ ਦੇ ਵਿੱਚ ਕੀ ਆ ਰਿਹਾ, ਇਹ ਪੂਰੀ ਦੀ ਪੂਰੀ ਗੱਲ ਉੱਥੇ ਨਿਬੜ ਗਈ ਵੀ ਜੇ ਉਹਨੂੰ ਫੜ ਲਿਆ ਜੀ, ਅਡਾਨੀ ਨੂੰ ਬਚਾ ਲਿਆ। ਦੀਜ਼ ਆਰ ਨਾਟ ਦ ਇਸ਼ੂਜ਼। ਪ੍ਰੋਬਲਮ ਹੈ ਕਿ ਪ੍ਰਾਈਵੇਟ ਪੋਰਟ ਹੈ, ਪ੍ਰਾਈਵੇਟ ਪੋਰਟ ਦੇ ਉੱਤੇ ਕੰਸਾਈਨਮੈਂਟ ਕੰਟੇਨਰਸ ਦੇ ਵਿੱਚ ਕੀ ਆ ਰਿਹਾ, ਇਹਦੀ ਜ਼ਿੰਮੇਵਾਰੀ ਪੋਰਟ ਆਪਰੇਟਰ ਦੀ ਨਹੀਂ ਹੈ। ਇਹਦਾ ਸਮਾਨ ਲਿਆਉਣ ਵਾਲੇ ਤੇ ਬਾਅਦ ਦੇ ਵਿੱਚ ਫੜ ਵੀ ਲਿਆ ਗਿਆ, ਪਹਿਲਾਂ ਵੀ ਫੜਿਆ ਗਿਆ, ਬਾਅਦ ਦੇ ਵਿੱਚ ਵੀ ਫੜਿਆ ਜਾ ਰਿਹਾ। ਹੁਣ ਤਾਂ ਕਈ ਟਨ, ਕਈ ਕੁਇੰਟਲ ਸਮਾਨ ਆ ਰਿਹਾ, ਯਾਨੀ ਕਿ ਨਸ਼ਾ ਆ ਰਿਹਾ। ਸੋ ਉਹ ਜਿਹੜਾ ਹੁੰਦਾ ਸੀ ਨਾ ਡਰੋਨ, ਚਲੋ ਇੱਕ ਮੇਜਰ ਗੇਮ ਚੇਂਜਰ ਹੋਇਆ। ਡਰੋਨ ਦੇ ਜ਼ਰੀਏ ਬਹੁਤ ਈਜ਼ੀਲੀ ਘੱਟ ਜ਼ੋਖਿਮ ਦੇ ਵਿੱਚ ਤੁਸੀਂ ਤੁਹਾਡੇ, ਮੈਂ ਕਹਿੰਦਾ 100 ਡਰੋਨ ਲੰਘ ਗਏ ਤੇ ਵਿੱਚੋਂ ਜੇ 10 BSF ਨੇ ਮਾਰ ਵੀ ਸਿੱਟੇ, ਗਿਰ ਵੀ ਗਏ, still you have managed to got 90 drones into the Indian territory. So that is how the issue is there. ਹੁਣ ਇਸ ਵਕਤ ਇਹ ਬੜਾ ਵੱਡਾ ਚੈਲੰਜ ਹੈ ਡਰੋਨ। ਲੇਕਿਨ ਡਰੋਨ ਛੱਡੋ, ਪੋਰਟਸ ਦੇ ਜ਼ਰੀਏ ਟਨਾਂ ਦੇ ਵਿੱਚ ਸਮਾਨ ਆ ਗਿਆ, ਔਰ ਇਹ ਸਾਰੇ ਅੱਛਾ ਇਹਨਾਂ ਨੇ ਫਿਰ ਟਨਾਂ ਦੇ ਵਿੱਚ ਸਮਾਨ ਲਿਆ ਕੇ ਇੱਥੇ ਆਪਣੀ ਲੈਬਸ ਖੋਲ੍ਹੀਆਂ, ਉਹਨਾਂ ਨੂੰ ਜਿਵੇਂ ਨਾ ਕਟਿੰਗ ਏਜੰਟਸ ਦੇ ਨਾਲ ਉਹਨਾਂ ਨੂੰ 1 ਕਿਲੋ ਹੈਰੋਇਨ ਦੇ 15-15 ਕਿਲੋ ਬਣਾ ਲਈ, ਹੈ ਨਾ, ਵਿੱਚ ਫੈਂਟਨਿਲ ਐਡ ਕਰਤਾ ਸਾਰਾ। ਸੋ ਇਹ ਤਾਂ ਗੇਮ ਬਹੁਤ ਲੈਵਲ ਤੇ ਚਲੀ ਗਈ ਨਾ, ਮੁਨਾਫੇਖੋਰੀ, ਜਿਹੜੇ ਲੋਕ ਡਰੱਗ ਟ੍ਰੇਡ ਦੇ ਵਿੱਚ, ਉਹ ਤਾਂ ਮੁਨਾਫਾ। ਸੋ ਗੇਮ ਕਿੱਥੇ ਖੇਡ ਰਹੇ ਨੇ ਉਹ ਬੰਦੇ? ਆਪਣੇ ਮੁਨਾਫਿਆਂ ਨੂੰ ਕਈ ਗੁਣਾ ਵਧਾ ਚੁੱਕੇ ਨੇ। ਇੱਕ ਬਹੁਤ ਵੱਡਾ ਮਾਫੀਆ ਆਪਰੇਟ ਕਰਦਾ ਪਿਆ ਤੇ ਸਾਡੇ ਇੱਥੇ ਫੋਕੀ ਬਿਆਨਬਾਜ਼ੀ ਦੇ ਨਾਲ ਤੁਸੀਂ 15 ਅਗਸਤ ਦੀ ਸਪੀਚ ਦੇ ਵਿੱਚ ਖੜੇ ਹੋ ਕੇ ਮੁੱਖ ਮੰਤਰੀ ਕਹਿ ਦਿੰਦਾ, ਹਾਊ ਵਿਲ ਯੂ ਫਾਈਟ ਦੈਮ? ਤੁਹਾਡੇ ਕੋਲ ਨਹੀਂ ਹੈਗੇ। ਤੁਹਾਡੇ ਕੋਲ ਤੁਸੀਂ ਅਫਸਰਾਂ ਦੇ ਹਾਲ ਜਾ ਕੇ ਦੇਖੋ, ਜਿਹੜੇ ਐਕਚੁਅਲ ਕੰਮ ਕਰਨਾ ਚਾਹੁੰਦੇ ਨੇ ਪੰਜਾਬ ਪੁਲਿਸ ਦੇ, ਜਾਂ ਜਿਹੜੇ ਵੀ ਲੋਕ ਹੈਗੇ ਨੇ, ਉਹ ਇੰਨੇ ਕੁ ਡੀਮੋਰਲਾਈਜ਼ ਇਸ ਵਕਤ ਹੈਗੇ ਨੇ। ਉਹਨੂੰ ਪਤਾ ਵੀ ਹੈ ਜਿਹੜੀ ਗੱਲਾਂ ਹੋ ਰਹੀਆਂ ਨੇ ਸਿਰਫ ਗੱਲਾਂ ਹੋ ਰਹੀਆਂ ਨੇ, ਪਿੱਛੋਂ ਕੋਈ ਬੈਕਅਪ ਨਹੀਂ ਹੈ। ਦੇयर इज ਜ਼ੀਰੋ ਬੈਕਅਪ। ਆਈ ਡੋਂਟ ਵਾਂਟ ਟੂ ਡੀਮੋਰਲਾਈਜ਼ ਐਨੀ ਪੁਲਿਸ ਫੋਰਸ ਫॉर दैट मैटर। ਲੇਕਿਨ ਇਹ ਤਾਂ ਜ਼ਮੀਨੀ ਹਕੀਕਤ ਮੈਂ ਤੁਹਾਨੂੰ ਦੱਸ ਰਿਹਾ। ਆਈ ਡੀਲ ਵਿਦ ਥੀਸ ਥਿੰਗਸ ਔਨ ਅ ਡੇਲੀ ਬੇਸਿਸ। ਆਈ ਟਾਕ ਟੂ ਆਫਿਸਰਸ। ਤੁਸੀਂ ਜਾ ਕੇ ਤੁਸੀਂ ਗਰਾਊਂਡ ਦੀ ਰਿਐਲਿਟੀ ਚੈੱਕ ਕਰੋ, ਕੁਝ ਹੋਰ ਹੈ। ਸੋ ਮਤਲਬ ਇਟ ਕੈਨ ਨਾਟ ਬੀ ਅ ਵੈਰੀ ਗਲੂਮੀ ਪਿਕਚਰ। ਵੀ ਡੋਂਟ ਵਾਂਟ ਟੂ ਪ੍ਰੈਜ਼ੈਂਟ ਅ ਗਲੂਮੀ ਪਿਕਚਰ। ਬਟ ਜੇ ਤੁਸੀਂ ਡਰੱਗ ਦੀ ਗਿਆ ਤਾਂ ਗੱਲ ਕਰਨੀ ਬੰਦ ਕਰ ਦਿਓ, ਤੇ ਜੇ ਗੱਲ ਕਰਨੀ ਹੈ ਤਾਂ ਸੀਰੀਅਸ ਹੋ ਕੇ ਗੱਲ ਕਰਨ। ਐਂਡ ਦੈਟ ਇਜ਼ ਵਾਟ ਦ ਚੀਫ ਮਿਨਿਸਟਰ ਔਰ ਦ ਪੰਜਾਬ ਗਵਰਨਮੈਂਟ, ਕੋਈ ਵੀ ਸਰਕਾਰ ਹੋਵੇ, ਚਾਹੇ ਭਗਵੰਤ ਮਾਨ ਸਾਹਿਬ ਹੋਣ, ਆਮ ਆਦਮੀ ਪਾਰਟੀ ਹੋਵੇ, ਕੋਈ ਵੀ ਸਰਕਾਰ ਹੋਵੇ, ਦੇ ਬਲਡੀ ਬੀ वेरी सीरियस अबाउट दिस इशू, एल्स स्टॉप टॉकिंग नॉनसेंस। जैसे मैंने भी जब ये पोर्ट वाला जो केस आया था, और इनफैक्ट शायद साल भर पहले, हो सकता है उससे भी कम टाइम पहले, अदानी के पोर्ट में ऐसे मिले थे और भी जब्त हुए। तब मैंने एक पुराने मेरे मीडिया के एक साथी से मैंने पूछा था इंडिया में कि भाई आप लोग लिख नहीं रहे, बस रिपोर्टिंग हो रही है कि भाई जब्त हो गया है,
लेकिन उसका एक होता है ना कि नेचुरल इंस्टिंक्ट होता है एक जर्नलिस्ट का, भाई आप बैक स्टोरी ट्रेस करें, इसके ऊपर थोड़ा डिटेल में जाएं कि कहाँ से आ रहा है, क्यों नहीं इतनी निगरानी हो रही है। तो बोले यार अडानी के बारे में कौन लिखेगा। तो उन्होंने बड़ा सा एक डिसमिसिव सा मुझे एक जवाब दे दिया। तो एक मैंने बहुत ज़्यादा रिपोर्टिंग देखी नहीं, मतलब हो सकता है कि भाई पोलिटिसाइज्ड हो गया इस वजह से भी हो सकता है। लेकिन साथ ही साथ एक और जो एक सवाल जो मेरे ज़हन में, सॉरी मैं ਤੁਹਾਡੀ ਆਈ ਵਾਂਟ ਟੂ ਐਡਰੈਸ ਦਿਸ ਪੁਆਇੰਟ, ਤੁਸੀਂ ਬੜਾ ਇੰਪੋਰਟੈਂਟ ਪੁਆਇੰਟ ਰੇਜ਼ ਕੀਤਾ ਕਿ ਕਿਉਂਕਿ ਪੋਲਿਟਿਸਾਈਜ਼ ਹੋ ਗਿਆ, ਇਸ ਵਾਸਤੇ ਰਿਪੋਰਟਿੰਗ ਦੇਖੀ ਨਹੀਂ, ਕਿਉਂਕਿ ਲੋਕਾਂ ਨੇ ਜਿਹੜੇ ਤਾਂ ਅਜਿਹੇ ਲੋਕ ਨੇ ਜੋ ਕਿ ਬੀਜੇਪੀ ਨੂੰ ਜਾਂ ਸੈਂਟਰ ਨੂੰ ਟਾਰਗੇਟ ਕਰਨਾ ਚਾਹੁੰਦੇ ਨੇ, ਜਿਨ੍ਹਾਂ ਦਾ ਮਕਸਦ ਹੋਰ ਕੁਝ ਨਹੀਂ, ਦੇ ਜੋ ਓਨਲੀ ਵਾਂਟ ਟੂ ਪੋਲਿਟਿਸਾਈਜ਼ ਦ ਗਵਰਨਮੈਂਟ ਆਫ ਇੰਡੀਆ, ਉਹਨਾਂ ਨੇ ਤਾਂ ਅਡਾਨੀ ਚੱਕ ਲਿਆ, ਕਿਉਂਕਿ ਅਡਾਨੀ ਜਾਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਨੇੜਤਾ, ਸਾਰਾ ਕੁਝ ਜੋ ਕੁਝ ਹੈ। ਬਟ ਸੀ ਦਿਸ ਇਜ਼ ਵਾਟ ਵੀ ਕਾਲਡ ਕਲਾਸਿਕ ਕੇਸ ਆਫ ਡਾਇਵਰਜਨ। ਮਤਲਬ ਉਸ ਮੁੱਦੇ ਦੇ ਨਾਲ ਅਡਾਨੀ ਨੂੰ ਜੋੜਨ ਦੀ ਲੋੜ ਨਹੀਂ ਸੀ, ਪਹਿਲੀ ਗੱਲ। ਜੇ ਤੁਸੀਂ ਚਾਹੁੰਦੇ ਸੀ ਵੀ ਉਸ ਦੀ ਰਿਪੋਰਟਾਜ ਹੋਵੇ, ਹੁਣ ਉੱਥੇ ਹੋ ਕੀ ਰਿਹਾ ਹੈਗਾ, ਉੱਥੇ ਹੋ ਇਹ ਰਿਹਾ ਹੈ, ਆਈ ਟੈਲ ਯੂ ਦ ਰੂਟ ਕੀ ਹੈ। ਇੱਕ ਆਸਟ੍ਰੇਲੀਆ ਦੇ ਵਿੱਚ ਫਾਈਨੈਂਸਰ ਬੈਠਾ ਹੈ, ਇੱਕ ਜਰਮਨੀ ਇਟਲੀ ਦੇ ਵਿੱਚ ਬੈਠਾ ਹੈ ਸਮਗਲਰ, ਇਹ ਦੋਵੇਂ ਪੰਜਾਬ ਦੇ ਬਟਾਲਾ ਤੇ ਅੰਮ੍ਰਿਤਸਰ ਬੇਸਡ ਨੇ, ਰਾਈਟ। ਇੱਕ ਹੈ ਬੰਦਾ ਭਾਈਜਾਨ, ਹੀ ਇਜ਼ ਪਾਕਿਸਤਾਨੀ ਬੇਸਡ ਇਨ ਦੁਬਈ। ਦੁਬਈ ਦੇ ਵਿੱਚ ਲੱਗਦੀਆਂ ਇਹਨਾਂ ਦੀ ਮਾਰਕੀਟਸ, ਕਾਰੋਬਾਰ ਹੁੰਦਾ ਉੱਥੇ, ਸਪਲਾਈ ਦਾ ਸਾਰਾ ਸਿਸਟਮ। ਅਫਗਾਨਿਸਤਾਨ ਤੋਂ ਕੰਸਾਈਨਮੈਂਟ ਡਿਲੀਵਰ ਹੋ ਕੇ ਮਿਡਲ ਈਸਟ ਕੰਟਰੀਜ਼, ਚਾਹੇ ਉਹ ਈਰਾਨ ਹੋਵੇ ਚਾਹੇ ਕੋਈ ਹੋਰ ਮੁਲਕ ਹੋਵੇ, ਉੱਥੋਂ ਰੂਟ ਹੋ ਕੇ ਇਹ ਸਾਰੇ ਦੇ ਸਾਰੇ ਕੰਟੇਨਰ ਆਉਂਦੇ ਨੇ ਗੁਜਰਾਤ ਦੇ ਪੋਰਟਸ ਦੇ ਵਿੱਚ। ਇਹ 2018 ਤੋਂ ਇਨਵੈਸਟੀਗੇਸ਼ਨਸ ਹੋਈਆਂ, ਗੁਜਰਾਤ STF ਨੇ ਕੇਸ ਕ੍ਰੈਕ ਕੀਤੇ। ਨਾਓ ਦ 2 cases ਹੈਵ ਬੀਨ ਟੇਕਨ ਓਵਰ ਬਾਏ ਦ ਨੈਸ਼ਨਲ NIA। ਪਿਛਲੇ ਜੁਲਾਈ 4 ਜੁਲਾਈ ਨੂੰ ਉਹਨਾਂ ਨੇ ਇੱਕ ਚਾਰਜ ਸ਼ੀਟ ਪਾਈ ਹੈ, ਉਹ ਸਲਾਇਆ ਪੋਰਟ 500 ਕਿਲੋ ਦੀ ਰਿਕਵਰੀ ਦਾ ਕੇਸ। ਇਹ ਮੁੰਦਰਾ ਪੋਰਟ ਤਾਂ 3000 ਕਿਲੋ ਦਾ ਬਾਅਦ 'ਚ ਹੋਇਆ। ਸੋ ਉਸ ਦੇ ਵਿੱਚ ਸਾਰੇ ਸਮਗਲਰ ਦਾ ਜ਼ਿਕਰ ਹੈ। ਆਸਟ੍ਰੇਲੀਆ ਦਾ ਤਨਵੀਰ ਬੇਦੀ ਆਸਟ੍ਰੇਲੀਆ, ਸਿਮਰਨਜੀਤ ਸਿੰਘ ਸੰਧੂ ਇਟਲੀ, ਭਾਈਜਾਨ ਦੁਬਈ, ਪੋਰਟ ਗੁਜਰਾਤ ਦੇ। ਫੋਰਗੇਟ ਅਡਾਨੀ ਹੈ ਕਿੱਦਾਂ ਹੈਗਾ, ਉਹ ਤਾਂ ਆਪਰੇਟਰ ਹੈਗੇ ਨੇ, ਵੀ ਡੋਨਟ ਵਾਂਟ ਟੂ ਗੈਟ ਇਨਟੂ ਆਲ ਦੈਟ। ਸੋ ਮੀਡੀਆ ਨੇ ਰਿਪੋਰਟਿੰਗ ਹੀ ਨਹੀਂ ਕੀਤੀ। ਅੱਗੇ ਫਿਰ ਉਹ ਕਿਵੇਂ ਮਾਲ ਆਇਆ ਅੱਗੇ, ਉਸ ਤੋਂ ਬਾਅਦ ਫਿਰ ਦੇਰ ਵਾਜ਼ ਅ ਚੇਨ ਟੂ ਇਟ। ਉਹ ਮਾਲ ਕਿੱਥੇ ਉਤਰਿਆ, ਕਿਹੜੇ ਬੰਦਰਗਾਹ ਤੇ ਉਤਰਿਆ, ਉੱਥੇ ਫਿਰ ਉਹਨੂੰ ਸੁਖਬੀਰ ਸਿੰਘ ਨਾਂ ਦੇ ਬੰਦੇ ਨੂੰ ਉਹਨੇ ਟਰਾਂਸਪੋਰਟ ਆਰਗੇਨਾਈਜ਼ ਕਰਾਈ, ਟਰੱਕਾਂ ਦੇ ਵਿੱਚ, ਜੀਰੇ ਦੇ ਟਰੱਕਾਂ ਦੇ ਵਿੱਚ 200 ਕਿਲੋ ਤੇ 100 ਕਿਲੋ ਭਰ ਕੇ ਲੈ ਜਾਈ ਗਈ। ਦਿੱਲੀ ਦੇ ਵਿੱਚ ਲੈਬਸ ਖੁੱਲੀਆਂ, ਦਿੱਲੀ ਕ੍ਰਾਈਮ ਬ੍ਰਾਂਚ ਨੇ ਇੱਕ ਲੈਬ ਫੜ ਲਈ 350 ਕਿਲੋ, ਉਹ ਹਫੜਾ ਦਫੜੀ ਪੈ ਗਈ। ਉਹਨਾਂ ਨੇ ਆਨੰਦ ਫਾਨਨ ਦੇ ਵਿੱਚ ਪੰਜਾਬ ਦੇ ਅੰਮ੍ਰਿਤਸਰ ਦੀ ਇੱਕ ਕੋਠੀ ਦੇ ਵਿੱਚ ਡਰੱਗ ਦੀ ਮਿਨੀ ਲੈਬ ਬਣਾ ਕੇ ਮਾਲ ਉੱਥੇ ਟਰਾਂਸਫਰ ਕਰਤਾ। ਉਹ ਕੋਠੀ 2020 ਦੇ ਵਿੱਚ ਫੜੀ ਜਾਂਦੀ ਹੈ ਜਨਵਰੀ। ਅਨਵਰ ਮਸੀਹ ਅਕਾਲੀ ਲੀਡਰ ਨੇ ਕਿਰਾਏ ਤੇ ਕੋਠੀ ਦਿੱਤੀ ਹੋਈ ਸੀ, ਉੱਥੋਂ 194 ਕਿਲੋ ਫੜਿਆ ਗਿਆ ਸਮਾਨ, ਐਂਡ ਇਟ ਵਾਜ਼ ਅ ਡਰੱਗ ਮਿਨੀ ਲੈਬ। ਉੱਥੋਂ ਫਿਰ ਸਰਕਿਟ ਨਿਕਲੇ। See, it is ये सारी की सारी, who has reported all this? वही तो बात है ना, ये सारी कड़ियां जोड़ के एक बड़ा इन्वेस्टिगेटिव रिपोर्ट कोई तैयार करे। ਆਪਾਂ ਨਾ ਉੱਥੇ ਅਡਾਨੀ ਦੇ ਉੱਥੇ ਅੜ ਗਏ, ਸਾਡੀ ਗਰਾਰੀ ਉੱਥੇ ਫਸ ਗਈ, ਜਿਵੇਂ ਅਡਾਨੀ ਨੇ ਸਮਗਲਿੰਗ ਕਰੇ। ਅਡਾਨੀ ਕੋਲ ਹੋਰ ਪੈਸਾ ਬਥੇਰਾ ਕੰਮ ਕਰਨ ਲਈ, why should he get into all this? ना कोई क्राइम थ्रिलर से कम थोड़ी है ये जो आप बता रहे हैं। मैं तो ਜਿਹੜੀਆਂ ਚੀਜ਼ਾਂ ਮੈਂ ਸਾਰੀਆਂ ਡਾਕੂਮੈਂਟਡ ਹੈ, ਰਿਕਾਰਡ ਹੈ। NIA ਨੇ ਚਾਰਜ ਸ਼ੀਟ ਕੀਤੀ ਹੈ। ਸੋ ਕੌਣ ਹੈ ਭਾਈਜਾਨ, ਇਹਨੇ ਤਾਂ ਯੂ ਵਾਂਟ ਬਿਲੀਵ ਆਈ ਹੈਵ, ਮੈਂ ਤਾਂ ਖੈਰ ਇਹਨਾਂ ਦੀ ਤਸਵੀਰਾਂ ਤੱਕ ਦਿਖਾ ਚੁੱਕਾ ਹੈ। ਇਹ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਦੀ ਅੱਜ ਤੱਕ ਤਸਵੀਰਾਂ ਪੁਲਿਸ ਰਿਕਾਰਡ 'ਚ ਨਹੀਂ ਲੱਭਦੀਆਂ, ਸੋ ਵੀ ਬੀਨ ਏਬਲ ਟੂ ਐਕਸਪੋਜ਼ them. So the point is कि if you want to handle these issues, you want to fight this drug menace, ਤੁਹਾਨੂੰ ਸਮਝਣਾ ਪੈਣਾ ਹੈ ਕਿ ਪਲੇਅਰ ਕੌਣ ਨੇ, who are the players, ਕਿਹੜੇ ਖਿਡਾਰੀ ਨੇ, ਤੇ ਤੁਹਾਡੇ ਅੰਦਰ ਡਾਰਕ ਸ਼ੀਪ ਕਿਹੜੇ ਹੈਗੇ ਨੇ। ਹੁਣ ਤੁਹਾਡੇ ਤਾਂ ਆਪਣੇ ਜਿਹੜੇ ਕੁਰਸੀਆਂ ਤੇ ਬੈਠੇ ਅਹੁਦੇਦਾਰ ਅਫਸਰ DIG ਲੈਵਲ ਦੇ, ਉਹਨਾਂ ਦੇ ਖਿਲਾਫ ਪਰਚੇ ਹੈਗੇ ਨੇ, ਸਮਗਲਰਾਂ ਨੂੰ ਛੁਡਵਾਉਣ ਲਈ ਪੈਸੇ ਲੈ ਰਹੇ ਨੇ, ਹੈ ਨਾ। this is what has happened। हाँ, क्योंकि मैं पंजाब से नहीं हूँ इसीलिए मैं ज़मीनी हकीकत से नावाकिफ़ हूँ, लेकिन फिर मैं सर आप पंजाब से अगर होते भी, मैं कह रहा हूँ इस प्रसारण देखने तो बाद मैंने 10 दिन की किन्ने % पंजाबियों ਨੂੰ ਜਿਹੜੀ ਆਪਾਂ ਗੱਲ ਕੀਤੀ ਹੈ ਤਾਂ पता है। मैं ये जानना चाह रहा था कि क्या स्टेट का जो मैसेजिंग है, जो एड्स के ज़रिए, रेडियो जिंगल्स हो चाहे TV एड्स हो पंजाबी मीडिया में, रीजनल लैंग्वेजेस में, कितना होता है आजकल? अखबारों में कितने ऐसे इश्तिहार आते हैं कि भाई ये आपके जो है रिस्क फैक्टर्स हैं, इन सब चीज़ों से बचें, ऐसे कॉन्वर्सेशन से बचें, क्योंकि जो ICSSR की जो स्टडी है उसके मुताबिक तकरीबन 83% युवा जो पंजाब का ड्रग्स का शिकार हो रहा है वो पीयर प्रेशर की वजह से शिकार हो रहा है। बिल्कुल। तो इससे बचने के लिए क्या कोई आप जो मीडिया है, मतलब मीडिया माने TV हो, रेडियो हो, बाकी अखबारों में इश्तिहार हो या कोई साइन बोर्ड्स हो, ऐसा क्या आप देख पाए हैं कि मैसेजिंग किस तरह का हो रहा है? नहीं, वो होना चाहिए, ਹੁੰਦਾ ਵੀ ਹੈ। ਇੱਕ ਸਮਾਂ ਆਇਆ ਜਦੋਂ ਕਿ ਡਰੱਗ ਦਾ ਨਵਾਂ ਇਸ਼ੂ ਹੈ ਨਾ, ਫਿਰ ਲੋਕਾਂ ਨੇ ਰੈਲੀਆਂ ਕੱਢਣੀਆਂ ਸ਼ੁਰੂ ਕੀਤੀਆਂ। ਲੇਕਿਨ ਸਾਡੇ ਇੱਥੇ ਪ੍ਰੋਬਲਮ ਇਹ ਹੈ ਕਿ ਸਾਡੇ ਇੱਥੇ ਜਿਹੜੇ ਪੋਲੀਟੀਸ਼ੀਅਨ ਨੇ ਤੇ ਸਾਡੇ ਜਿਹੜੇ ਈਵਨ ਸੋਸ਼ਲ NGOs ਇਨਵੋਲਵ ਨੇ,
ਉਹ ਬੜੇ ਨਾ ਪੈਰੀਫੇਰੀਅਲ ਤੇ ਇੱਕ ਸੁਪਰਫੀਸ਼ੀਅਲ ਲੈਵਲ ਦੇ ਉੱਤੇ ਇਸ ਪ੍ਰੋਬਲਮ ਨੂੰ ਹੈਂਡਲ ਕਰਨਾ ਚਾਹੁੰਦੇ ਨੇ। ਐਕਚੁਅਲ ਤਾਂ ਮੈਨੂੰ ਲੱਗਦਾ ਇਟ ਇਜ਼ ਫਸਟ ਸਟੈਪ, ਜਿਹੜਾ ਕਿ ਮੈਂ ਕਿਹਾ ਕਿ ਇਹ ਸਾਰੀਆਂ ਚੀਜ਼ਾਂ ਦੇ ਹੈਵ ਟੂ ਗੋ ਸਾਈਮਲਟੇਨੀਅਸਲੀ, ਪੈਰਲਲੀ ਚੱਲਣੀਆਂ ਪੈਣੀਆਂ। ਤੁਹਾਨੂੰ ਦੇਖੋ ਡੀ ਐਡਿਕਸ਼ਨ ਦੀ ਇੱਕ ਅਲੱਗ ਸਮੱਸਿਆ ਹੈ। ਆਪਾਂ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬੈਠੇ ਹਾਂ, ਵੀ ਆਰ ਇਨ ਕੈਨੇਡਾ। ਇਸ ਤੋਂ ਵੱਡੀ ਡਰੱਗ ਦੀ ਸਮੱਸਿਆ ਤਾਂ ਦੁਨੀਆ 'ਚ ਕਿਤੇ ਨਹੀਂ ਮੈਨੂੰ ਲੱਗਦਾ। ਵੀ ਆਰ ਇਨ ਦ ਐਕਚੁਅਲ ਹਾਰਟਲੈਂਡ ਵੇਅਰ ਮਤਲਬ ਇੱਥੇ ਤਾਂ ਡਰੱਗ ਇਲੀਗਲ ਹੈ, ਮਤਲਬ ਡੀਕ੍ਰਿਮੀਨਲਾਈਜ਼ਡ ਹੈ, ਰਾਈਟ, ਨਾਟ ਦ ਲੀਗਲ ਵਰਡ। ਸਾਨੂੰ ਇੱਥੇ ਬੈਠ ਕੇ ਦਿਸਦਾ ਵੀ ਚਲੋ ਇੱਥੇ ਦੀ ਸਰਕਾਰਾਂ ਨੇ ਦੀਆਂ ਨੀਤੀਆਂ ਇਹੋ ਜਿਹੀਆਂ ਹੈਗੀਆਂ ਨੇ, ਉਹ ਵੀ ਡਰੱਗ ਮਾਫੀਆ ਨੂੰ ਹੈਂਡਲ ਨਹੀਂ ਕਰ ਪਾ ਰਹੇ। ਲੇਕਿਨ ਜਿੱਥੇ ਕਾਨੂੰਨ ਸਖਤ ਹੋਵੇ, ਜਿੱਥੇ ਪੁਲਿਸ ਦਾ ਡੰਡਾ ਐਡਾ ਜ਼ਿਆਦਾ ਮਜ਼ਬੂਤ ਹੋਵੇ, ਬੰਦਾ ਇੱਕ ਵਿਜੀਲੈਂਟੇ ਨੇ ਗੱਲ ਕੀਤੀ, ਇੱਕ ਬੰਦੇ ਨੇ ਸਮਾਜ ਸੇਵੀ ਨੇ ਗੱਲ ਕੀਤੀ, ਤਾਂ ਉਹਨੂੰ ਤੀਸਰੇ ਦਿਨ ਚੱਕ ਕੇ ਤੁਸੀਂ ਜੇਲ੍ਹ 'ਚ ਪਾਤਾ ਹੋਵੇ, ਤੇ ਨਸ਼ੇ ਦੇ ਤਸਕਰਾਂ ਨੂੰ ਜੇਲ੍ਹਾਂ 'ਚ ਡਾਕਣਾ ਕਿੱਡਾ ਵੱਡਾ ਕੰਮ ਹੈ, ਠੀਕ ਹੈ ਨਾ। ਸੋ ਉੱਥੋਂ ਮੈਨੂੰ ਲੱਗਦਾ ਵੀ ਯੂ ਹੈਵ ਟੂ ਫਸਟ ਆਫ ਆਲ ਲਾਅ ਇਨਫੋਰਸਮੈਂਟ ਤੋਂ ਤੁਸੀਂ ਸ਼ੁਰੂ ਕਰੋ। ਪਹਿਲਾਂ ਉਹ ਚੀਜ਼ ਠੀਕ ਨਹੀਂ ਹੈ, ਦੈਟ ਇਜ਼ ਦਾ ਪ੍ਰੋਬਲਮ। ਇਹ ਤਾਂ ਆਪਾਂ ਇੱਕ ਆਈਡੀਅਲ ਸਿਚੁਏਸ਼ਨ ਕਹਿ ਰਹੇ ਹਾਂ ਕਿ ਤੁਸੀਂ ਐਜੂਕੇਟ ਕਰੋ, ਤੁਸੀਂ ਡੀਟੌਕਸ ਕਰੋ, ਤੁਸੀਂ ਡੀ ਐਡਿਕਸ਼ਨ ਵਾਲੇ ਪਾਸੇ ਜਾਓ, ਇਲਾਜ ਕਰੋ, ਇਹ ਚੀਜ਼ਾਂ ਹੈਗੀਆਂ ਨੇ ਵਿਚ ਨੋਬਡੀ ਟਾਕਸ। ਉਹ ਵੀ ਐਫਰਟਸ ਹੋਈਆਂ ਨੇ, ਐਸਾ ਨਹੀਂ ਹੋਈਆਂ। ਓਟ ਸੈਂਟਰ ਪੰਜਾਬ ਦੇ ਵਿੱਚ ਬਣੇ ਹੈਗੇ ਨੇ। ਸੋ ਥਿੰਗਸ ਹੈਵ ਹੈਪਨਡ, ਲੇਕਿਨ ਹੋ ਰਹੀਆਂ ਨੇ, ਕੈਂਪੇਨਸ ਹੋ ਗਏ, ਇਹ ਸਾਰਾ ਚੀਜ਼ਾਂ। ਲੇਕਿਨ ਪਹਿਲੀ ਇਸ਼ੂ ਹੈਗਾ ਲਾਅ ਇਨਫੋਰਸਮੈਂਟ। ਜਦੋਂ ਤੁਹਾਡੇ ਪੁਲਿਸ ਦ ਰਾਈਟ ਇਜ਼ ਲਾਅ ਇਨਫੋਰਸਮੈਂਟ, ਜਦ ਤੱਕ ਉਹ ਕੰਪਲਿਸਿਟ ਹੈ, ਉਹ ਮਿਲੀ ਭੁਗਤ ਦੇ ਵਿੱਚ ਹੈ, ਤਦ ਤੱਕ ਤੁਸੀਂ ਕਿਵੇਂ ਐਕਸਪੈਕਟ ਕਰ ਸਕਦੇ ਹੋ? ਜਦ ਤੱਕ ਤੁਸੀਂ ਉਸ ਚੀਜ਼ ਨੂੰ ਦਰੁਸਤ ਨਹੀਂ ਕਰੋਗੇ, ਰੈਸਟ ਐਵਰੀਥਿੰਗ ਫੇਲਸ। ਤੁਹਾਡੀ ਡੀ ਐਡਿਕਸ਼ਨ ਫੇਲ ਹੋ ਜਾਂਦੀ ਹੈ, ਤੁਹਾਡੀ ਡੀਟੌਕਸ ਫੇਲ ਹੋ ਜਾਂਦੀ ਹੈ, ਤੁਹਾਡੀ ਐਜੂਕੇਸ਼ਨ, ਤੁਹਾਡੀ ਡਰਾਈਵ, ਤੁਹਾਡੀ ਐਡ ਕੈਂਪੇਨ, ਸਭ ਕੁਝ ਜ਼ੀਰੋ ਹੋ ਜਾਂਦਾ ਜੇ ਤੁਹਾਡੇ ਕਹਿੰਦੇ ਵੀ ਜੇ ਚੋਰ ਤੇ ਕੁੱਤੀ ਰਲੀ ਹੋਵੇ, ਠੀਕ ਹੈ ਨਾ, ਕਿ ਮਤਲਬ ਜਦ ਆਪਸ 'ਚ ਹੀ ਕਹਿੰਦੇ ਬਾੜੀ ਜਦੋਂ ਖੇਤ ਨੂੰ ਖਾਣਾ ਸ਼ੁਰੂ ਕਰ ਦੇ, ਤਾਂ ਫਿਰ ਉਸ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ? ਸੋ ਦਿਸ ਪ੍ਰੋਬਲਮ ਨੀਡਸ ਟੂ ਬੀ ਐਡਰੈਸਡ ਰਾਈਟ ਹੇਅਰ, ਐਂਡ ਆਈ ਹੋਪ ਦ ਸੈਂਸ ਵੁੱਡ ਪ੍ਰਵੇਲ, ਐਂਡ ਦੇ ਨੀਡ ਦ ਰਾਈਟ ਪੀਪਲ। ਮੈਂ ਹਜੇ ਵੀ ਕਹਿੰਦਾ ਵੀ ਦੇ ਡੋਂਟ ਹੈਵ ਦ ਰਾਈਟ ਪੀਪਲ। ਮਤਲਬ ਇਹਦੇ 'ਚ ਅਜਿਹੇ ਨਹੀਂ, ਦੇਸ਼ ਦੇ ਵਿੱਚ ਬਹੁਤ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਜੇ ਤੁਸੀਂ ਥੋੜ੍ਹੀ ਜਿਹੀ ਹਿੰਮਤ ਦਿਓ, ਤੁਸੀਂ ਉਹਨੂੰ ਥੋੜ੍ਹੀ ਜਿਹੀ ਤਾਕਤ ਦਿਓ, ਐਮਪਾਵਰ ਕਰੋ, ਉਹਨਾਂ ਦੇ ਸਲਾਹ ਨੂੰ, ਮਸ਼ਵਰੇ ਨੂੰ ਮੰਨੋ। ਐਂਡ ਸਾਡਾ ਪਤਾ ਨਹੀਂ ਕੋਈ ਦੇਖਦਾ ਨਹੀਂ ਦੇਖਦਾ ਸਾਡੇ ਇਸ ਸ਼ੋਅ ਨੂੰ, ਲੇਕਿਨ ਸਰਕਾਰ ਨੂੰ ਹੈ ਵੀ ਇਫ ਦੇ ਵਾਂਟ ਸਮ ਐਡਵਾਈਸ, ਸੋ ਇੱਕ ਨਹੀਂ, ਮੇਰੇ ਕੋਲ ਬਹੁਤ ਅਜਿਹੇ ਐਕਸਪਰਟਸ ਨੇ, ਸਾਡੇ ਨਾਲੋਂ ਜ਼ਿਆਦਾ ਜਾਣਕਾਰ ਲੋਕ ਹੈਗੇ ਨੇ ਜੋ ਕਿ ਨਸ਼ੇ ਦੀ ਐਕਟਿਵ ਕਟਿੰਗ ਐਜ ਦੇ ਉੱਤੇ ਲੜਾਈ ਲੜ ਚੁੱਕੇ ਨੇ ਇਨਫੋਰਸਮੈਂਟ ਦੀ। ਸੋ ਵੀ ਆਰ ਰੈਡੀ ਦੈਟ ਗਵਰਨਮੈਂਟ ਸ਼ੁੱਡ ਟੀਮ ਵਿਦ ਦੈਮ। ਇਰਾਦੇ ਸਾਫ਼ ਰੱਖੋ, ਨੀਅਤਾਂ ਸਾਫ਼ ਰੱਖੋ। ਹੁਣ ਜਦੋਂ ਅਫਸਰਾਂ ਨੇ ਖੁਦ ਹੀ ਖਾਦੀ ਪੀਤੀ 'ਚ ਜਿਹਨੂੰ ਕਹਿੰਦਾ ਵੀ ਇਫ ਦੇ ਆਰ ਦੈਮਸੈਲਫ ਕੰਪਲਿਸਿਟ, ਜਦ ਤੱਕ ਉਹ ਅਫਸਰ ਬੈਠੇ ਨੇ ਤਦ ਤੱਕ ਚੇਂਜ ਨਹੀਂ ਹੋ ਸਕਦਾ। ਜਦ ਤੱਕ ਤੁਹਾਡੇ ਇਮਾਨਦਾਰੀ ਨਹੀਂ ਹੈ ਨਾ ਤੁਹਾਡੇ ਸਿਸਟਮ ਦੇ ਵਿੱਚ, ਲਾਅ ਇਨਫੋਰਸਮੈਂਟ ਇਜ਼ ਦ ਫਸਟ ਥਿੰਗ, ਆਈ ਥਿੰਕ ਯੂ ਸ਼ੁੱਡ ਸਟਾਰਟ ਵਿਦ ਦੈਟ। ਬਾਕੀ ਸਾਰੀਆਂ ਚੀਜ਼ਾਂ ਅੱਧੀਆਂ ਦਾ 50% ਤੁਹਾਡੇ मैसेज चला जाए एंड थिंग्स विल बी बेटर। हालांकि मेरे जहन में बहुत से सवाल है, लेकिन सिर्फ एक आखिरी सवाल पूछूंगा आपसे। जैसे आपने हरियाणा का जिक्र किया, ICSSR की रिपोर्ट में राजस्थान और जम्मू का भी जिक्र हुआ है। बिल्कुल, कि यहाँ पे भी प्रॉब्लम है। सॉरी, मैंने जम्मू का जिक्र नहीं किया, बिल्कुल है। हाँ, तो अब इवन दिल्ली फॉर दैट मैटर, दिल्ली तो शुरू तो इसी खैर नहीं जी। बिल्कुल। तो क्योंकि डेमोग्राफिक डिविडेंड की बात बहुत टाइम से हो रही है हिंदुस्तान में, और बहुत बड़ा एक यंग पॉपुलेशन है, 50% से ज़्यादा अब हिंदुस्तान में यंग लोग हैं, तो इस पूरे पिक्चर में ड्रग मेनेस जो बढ़ रहा है, पंजाब से बाहर निकल चुका है, पंजाब का ही नाम आता है लेकिन बाकी स्टेट्स में भी ये प्रॉब्लम है, और एक बहुत बड़ा यंग पॉपुलेशन जिसके पास नौकरियां नहीं है, जिसको अच्छी एजुकेशन नहीं मिली है, जो पीयर प्रेशर में आके जो है गलत चीज़ें करता है, या फिर उसको अच्छा गाइडेंस नहीं मिल रहा है, बहुत सारी अपॉर्चुनिटीज़ नहीं है। तो ऐसे एक माहौल में फिर आप क्या देखते हैं कि क्या करना चाहिए पंजाब के गवर्नमेंट में? अगर हम लिमिट कर दें इसको, पंजाब के गवर्नमेंट क्या कर सकता है? पंजाब का गवर्नमेंट तारीख पे तारीख देता रहेगा या कुछ और सब्सटैंशियल वो कर सकता है? आप क्या कहेंगे आखिर में? देखिए, सरकार पहली बात अपना विजन क्लीयर करे, ठीक है ना। ये ਜਿਹੜਾ ਬਾਕੀ ਤੁਸੀਂ ਕਿਹਾ ਤਾਰੀਖ ਤੇ ਤਾਰੀਖ ਹੈ ਨਾ, ਇਹ ਤਾਰੀਖ ਤੇ ਤਾਰੀਖ ਦਾ ਸਿਲਸਿਲਾ ਬੰਦ ਹੋਵੇ। ਮਤਲਬ ਕੈਪਟਨ ਅਮਰਿੰਦਰ ਸਿੰਘ ਨੂੰ ਤਾਰੀਖ ਚਾਹੀਦੀ ਸੀ, ਹੁਣ ਭਗਵੰਤ ਮਾਨ ਸਾਹਿਬ ਨੂੰ ਤਾਰੀਖ ਚਾਹੀਦੀ ਹੈ ਅਗਸਤ 2024 ਦੀ। ਮੈਨੂੰ ਲੱਗਦਾ ਦਿਸ ਇਜ਼ ਆਲ ਪ੍ਰੋਕ੍ਰੈਸਟੀਨੇਸ਼ਨ, ਯੂ ਆਰ ਟ੍ਰਾਈਂਗ ਟੂ ਪ੍ਰੋਕ੍ਰੈਸਟੀਨੇਟ, ਜਿਹਨੂੰ ਕਹਿੰਦਾ ਗੱਲ ਨੂੰ ਅੱਗੇ ਪਾ ਦਿਓ, ਬਾਅਦ 'ਚ ਅਗਲੇ ਸਾਲ ਕੁਝ ਹੋਰ ਸਥਿਤੀ ਹੋਏਗੀ, ਕੁਝ ਹੋਰ ਫੈਕਟਰਸ ਹੋਣਗੇ। ਸੋ ਯੂ ਨੀਡ ਟੂ ਗੈਟ ਯੂਰ ਐਕਟ ਟੂਗੈਦਰ। ਜੇ ਤੁਸੀਂ ਸ਼ਬਦ ਵਰਤਿਆ ਨਾ ਬਲੂਪ੍ਰਿੰਟ, ਜੇ ਚੀਫ ਮਿਨਿਸਟਰ ਨੇ, ਆਈ ਵੁੱਡ ਐਜ਼ਿਊਮ ਐਂਡ ਆਈ ਵੁੱਡ ਐਕਸਪੈਕਟ ਕਿ ਉਹ ਵਾਕਈ ਬਲੂਪ੍ਰਿੰਟ ਹੈ। ਉਹ ਕਿੰਨਾ ਕੁ ਸਾਰਥਕ ਤੇ ਕਿੰਨਾ ਕੁ ਜਿਹਨੂੰ ਕਹਿੰਦਾ ਕਿ ਇਫੈਕਟਿਵ ਬਲੂਪ੍ਰਿੰਟ ਹੋਏਗਾ ਤਾਂ ਸਮਾਂ ਦੱਸੇਗਾ, ਬਟ ਮੈਨੂੰ ਲੱਗਦਾ ਕਿ ਸਿਰਫ ਕਾਗਜ਼ਾਂ ਦੇ ਉੱਤੇ ਜਾਂ ਪ੍ਰੈਜੈਂਟੇਸ਼ਨ ਦੇ ਵਿੱਚ ਬਲੂਪ੍ਰਿੰਟ ਨਹੀਂ ਹੋਣੇ ਚਾਹੀਦੇ। ਤੁਸੀਂ ਚੰਗੇ ਅਫਸਰਾਂ ਨੂੰ, ਰਾਈਟ ਪੀਪਲ ਔਨ ਦ ਰਾਈਟ ਜੌਬ, ਦੈਟ ਇਜ਼ ਦ ਫਸਟ ਥਿੰਗ ਦੈਟ ਯੂ ਨੀਡ ਟੂ ਡੂ। ਐਂਡ ਅਫਸਰਾਂ ਨੂੰ ਬੈਠ ਕੇ ਤਸੱਲੀ ਦੇ ਨਾਲ ਸਮਝਾਤਾ ਜਾਵੇ ਐਡਮਿਨਿਸਟ੍ਰੇਸ਼ਨ ਨੂੰ
ਪੁਲਿਸ ਦੇ ਅਫਸਰਾਂ ਨੂੰ, ਤੇ ਚੀਫ ਮਿਨਿਸਟਰ ਨੀਡਸ ਟੂ ਸਿਟ ਨਾਲ ਕੇਜਰੀਵਾਲ ਨੂੰ ਬਿਠਾ ਲੈਣ, ਕਿਉਂਕਿ ਕਿਹਾ ਜਾਂਦਾ ਨਾ ਕਿ ਇਹਨਾਂ ਦੇ ਸਾਰੇ ਫੈਸਲੇ ਉੱਤੇ ਹੁੰਦੇ ਨੇ, ਨਾਲ ਰਾਘਵ ਚੱਡੇ ਨੂੰ ਵੀ ਬਿਠਾ ਲੈਣ, ਕੇਜਰੀਵਾਲ, ਰਾਘਵ ਚੱਡਾ ਐਂਡ ਭਗਵੰਤ ਮਾਨ, ਇਹ ਤਿੰਨੋਂ ਬਹਿ ਜਾਣ ਤੇ ਪੰਜਾਬ ਦੇ ਡੀਜੀਪੀ ਦੇ ਚੀਫ ਸੈਕਟਰੀ ਨੂੰ ਬਿਠਾ ਲੈਣ ਸਾਹਮਣੇ, ਨਾਲ ਬਿਠਾ ਲੈਣ ਐਸਟੀਐਫ ਦੇ ਡੀਜੀਪੀ ਨੂੰ, ਠੀਕ ਹੈ, ਤੇ ਨਾਲ ਬਿਠਾ ਲੈਣ ਪੰਜਾਬ ਦੇ ਏਜੀ ਨੂੰ, ਤੇ ਸਭ ਨੂੰ ਸਮਝਾ ਦੇਣ ਕਿ ਦਿਸ ਇਜ਼ ਵਾਟ ਆਵਰ ਵਿਜ਼ਨ ਇਜ਼ ਐਂਡ ਦਿਸ ਇਜ਼ ਵਾਟ ਵੀ ਵਾਂਟ ਟੂ ਡੂ। ਤੇ ਜੇ ਇਹਨਾਂ ਚੋਂ ਇੱਕ ਵੀ ਬੰਦਾ ਥਿਰਕਦਾ ਹੈ ਨਾ, ਦੈਨ ਹੀ ਨੀਡਸ ਟੂ ਬੀ ਸ਼ੋਨ ਦ ਡੋਰ ਰਾਈਟ ਅਵੇ। ਇਹ ਹੋਇਆ ਨਹੀਂ ਕੰਮ, ਜੋ ਮੈਂ ਕਹਿ ਰਿਹਾ ਬੜੀ ਸਿੰਪਲ ਜੀ ਗੱਲ ਹੈ, 6 ਬੰਦਿਆਂ ਦੀ ਇੱਕ ਮੀਟਿੰਗ ਚਾਹੀਦੀ ਹੈ। ਰਾਘਵ ਚੱਡੇ ਤੇ ਅਰਵਿੰਦ ਕੇਜਰੀਵਾਲ ਦੀ ਲੋੜ ਨਹੀਂ ਸੀ, ਬਟ ਨਾਓ ਦੈਟ ਦੇ ਸੇ ਕਿ ਇਹਨਾਂ ਦੇ ਸਾਰੇ ਫੈਸਲੇ ਉੱਤੇ ਹੁੰਦੇ ਨੇ, ਤਾਂ ਉਹਨਾਂ ਨੂੰ ਵੀ ਬਿਠਾ ਲਓ ਨਾ। ਅਸੀਂ ਤਾਂ ਪੰਜਾਬ ਦੇ ਭਲੇ 'ਚ ਹੀ ਕੰਮ ਕਰਨਾ। ਆਈ ਐਮ ਨਾਟ ਕੰਸਰਨਡ ਕਿ ਕੇਜਰੀਵਾਲ ਕਿਉਂ ਬੈਠਾ ਹੈ, ਜੇ ਮੈਂ ਰੌਲਾ ਪਾਵਾਂ ਕਿ ਰਾਘਵ ਚੱਡਾ ਜੇ ਚੱਜ ਦਾ ਕੰਮ ਕਰ ਸਕਦੇ ਨੇ, ਬਿਠਾ ਲਓ ਉਹਨਾਂ ਨੂੰ ਵੀ ਬੈਠਕ ਦੇ ਵਿੱਚ, ਤੇ ਸਮਝਾਓ ਆਪਣੇ ਹੋਮ ਸੈਕਟਰੀ ਨੂੰ, ਚੀਫ ਸੈਕਟਰੀ ਨੂੰ, ਏਜੀ ਨੂੰ, ਅਦਾਲਤਾਂ ਦੇ ਵਿੱਚੋਂ ਕਿਵੇਂ ਨਸ਼ੇ ਦੇ ਤਸਕਰ ਬਰੀ ਹੋ ਜਾਂਦੇ ਨੇ। ਤੁਸੀਂ ਆਪਣੇ ਬੁਲਾਓ ਨਾ ਜਿਹੜੇ ਪ੍ਰੋਸੀਕਿਊਟਰਸ ਹੈਗੇ ਨੇ, ਵੀ ਯਾਰ ਮੈਨੂੰ ਇੱਕ ਵੀ ਕੇਸ ਜੇ ਗਿਰ ਗਿਆ ਤਾਂ ਸਾਨੂੰ ਪ੍ਰੋਸੀਕਿਊਟਰ ਸ਼ੁੱਡ ਬੀ ਰਗੜ ਦੋ ਫੜ ਕੇ ਪ੍ਰੋਸੀਕਿਊਟਰਸ ਨੂੰ, ਅਟਾਰਨੀ ਜਿਹੜੇ ਤੁਹਾਡੇ ਜ਼ਿਲ੍ਹਿਆਂ ਦੇ ਹੁੰਦੇ ਨੇ। ਏਜੀ ਆਫਿਸ ਕੀ ਕਰ ਰਿਹਾ ਜੇ ਤੁਹਾਡੇ ਹਾਈ ਕੋਰਟ 'ਚ ਕੇਸ ਗਿਰ ਰਹੇ ਨੇ ਨਸ਼ੇ ਦੇ ਤਸਕਰਾਂ ਦੇ ਖਿਲਾਫ, ਉੱਥੇ ਜੇ 15-15 ਲੱਖ ਜਾਂ 20-20 ਲੱਖ ਰੁਪਇਆ ਇੱਕ ਪੇਸ਼ੀ ਦਾ ਇੱਕ ਵਕੀਲ ਖੜਾ ਹੈ, ਤਾਂ ਤੁਹਾਡੇ ਕੋਲ ਉੱਚੀ ਕੰਪੀਟੈਂਟ ਟੀਮ ਕਿਉਂ ਨਹੀਂ ਹੈ? ਬਿਲਕੁਲ ਸਹੀ ਬਾਤ ਹੈ, ਠੀਕ ਹੈ ਨਾ। ਤੁਸੀਂ ਕਿਹੜੇ ਕੇਸਾਂ ਲਈ 15-15 ਲੱਖ ਦੇ ਵਕੀਲ ਕਰਦੇ ਹੋ? ਠੀਕ ਹੈ ਨਾ। ਸੋ ਦਿਸ ਇਜ਼ ਵਾਟ ਯੂ ਨੀਡ ਟੂ ਡੂ, ਇਟ ਹੈਜ਼ ਟੂ ਬੀ ਅ ਟੀਮ। ਜੇ 6-7 ਲੋਕਾਂ ਦੀ ਟੀਮ ਕੰਮ ਕਰੇਗੀ, ਜੇ ਪੰਜਾਬ ਦੇ ਡੀਜੀਪੀ ਅੱਜ ਡੰਡਾ ਖੜਕਾਉਣਾ ਸ਼ੁਰੂ ਕਰ ਦੇਣ, ਮੈਂ ਕਹਿੰਦਾ ਉੱਤੋਂ ਤੋਂ ਲੈ ਕੇ ਥੱਲੇ ਤੱਕ ਪੰਜਾਬ ਪੁਲਿਸ ਕੀ ਨਹੀਂ ਕਰ ਸਕਦੀ ਜਨਾਬ। ਇਹ ਤਾਂ ਸਿਰਫ ਇੱਕ ਆਈ ਥਿੰਕ ਇੱਕ ਤਮਾਸ਼ਬੀਨੀ ਹੋ ਰਹੀ ਹੈ। ਦੇ ਆਰ ਜਾਂ ਤਾਂ ਲੋਕਾਂ ਦਾ ਪੇਸ਼ੈਂਸ ਲੈਵਲ ਚੈੱਕ ਕਰਦੇ ਪਏ ਨੇ, ਜਾਂ ਫਿਰ ਹੋਣਗੇ ਕੋਈ ਵੈਸਟਡ ਇੰਟਰਸਟ, ਬਟ ਆਈ ਥਿੰਕ ਸਿਚੁਏਸ਼ਨ ਇਜ਼ ਟੋਟਲੀ ਰਿਡੀਮੇਬਲ। ਯੂ ਕੈਨ ਐਕਚੁਅਲੀ ਫਾਈਂਡ ਦ ਸੋਲਿਊਸ਼ਨ। ਸਰਕਾਰ ਆਪਣਾ ਕਲੀਅਰ ਕਰੇ, ਮਾਈਂਡ ਸੈਟ ਕਲੀਅਰ ਰਹੇ ਕਿ ਦਿਸ ਇਜ਼ ਵਾਟ ਵੀ ਵਾਂਟ ਟੂ ਡੂ, ਯੂ ਹੈਵ ਟੂ ਗੈਟ ਇਟ ਡਨ। ਤੇ ਜੇ ਪੰਜਾਬ ਦਾ ਚੀਫ ਸੈਕਟਰੀ, ਹੋਮ ਸੈਕਟਰੀ, ਪੰਜਾਬ ਦਾ ਡੀਜੀਪੀ, ਪੰਜਾਬ ਦਾ ਏਜੀ, ਜੇ ਇਹਨਾਂ ਕੋਲ ਇਸ ਸਮੱਸਿਆ ਦਾ ਹੱਲ नहीं है, then why are they where they are? और मैं शॉर्ट टर्म में उम्मीद करूंगा कि कोई जर्नलिस्ट सारी कड़ियों को जोड़ करके एक अच्छा कोई रिपोर्ट तैयार करे, और मेरे ख्याल से ये पुलित्जर विनिंग रिपोर्ट हो सकता है। जिस तरह से आपने उसकी निशानदेही की, मेरे ख्याल से एक बहुत ही एक्साइटिंग अच्छा एक इन्वेस्टिगेटिव पीस हो सकता है। आज की इस चर्चा में हमारे साथ जुड़ने के लिए बहुत बहुत शुक्रिया रितेश जी। धन्यवाद जी, थैंक यू। आप सबका भी बहुत शुक्रिया अपना कीमती वक्त हमें देने के लिए।